हाँ जी, जी ਐ ਨੂੰ ਜੀ ਸੰਗਤੀਆਂ ਨੂੰ ਮਿਰਜ਼ਾ ਸਾਹਿਬਾ ਦੀ ਅੱਜ ਅਸੀਂ 121 116 ਤੋਂ ਸ਼ੁਰੂ ਕਰਾਂਗੇ ਸਟੈਂਜ਼ਾ। ਤੇ ਮੈਂ ਪਿਛਲੇ 5 ਸਟੈਂਜ਼ਾ ਪੜ੍ਹਨਾ ਵਾ 11 ਤੋਂ 15 ਜਸਟ ਫॉर ਰਿਵੀਜ਼ਨ ਐਂਡ ਰਿਫਰੈਸ਼ਿੰਗ। ਤੇ 111 ਕਲਾਮ ਸਾਹਿਬਾ। ਇਹ ਬੈਕਗ੍ਰਾਉਂਡ ਹੈ ਕਿ ਉਹਨੂੰ ਡਾਇਲੋਗ ਚੱਲਦਾ ਪਿਆ ਸਾਹਿਬਾ ਦਾ ਤੇ ਮਿਰਜ਼ੇ ਦਾ ਤੇ ਉਹਦਾ ਹਿੱਸਾ ਚੱਲਦਾ ਪਿਆ ਵਿੱਚ। ਛੋਟਾ ਦਿਸਣਾ ਏ ਹਾਨ ਦਾ ਗੱਲਾਂ ਕਰਨਾ ਏ ਢੇਰ, ਸਿਆਲੀ ਬੁੰਦਿਆਂ ਵਾਲੀਆਂ ਨੈਣੀ ਲੈਣਾ ਏ ਘੇਰ, ਬਾਸਾ ਘਰ ਮਤਰਈ ਦਾ ਪਾ ਤੂੰ ਮੰਗਦੀ ਸੇਰ, ਪੂਣੀਆਂ ਦੇਂਦੀ ਥੋੜੀਆਂ ਤੂਤਰ ਮੰਗਦੀ ਢੇਰ। ਵਾਹ। ਲੈ ਚੱਲ ਦਾਨਾਬਾਦ ਨੂੰ ਅਗਲਾ ਪੰਧ ਨਬੇੜ, ਵੇਖ ਤਮਾਸ਼ਾ ਹਾਫਜ਼ਾ ਦੁਨੀਆ ਨੂੰ ਚਾਹ ਛੇੜ। ਵਾਹ। 112 ਕੰਟੀਨਿਊ। ਨੀਲੀ ਜਿਹੀ ਦੁੰਬਲੀ ਆਂਦੀ ਟਿਲਿਓਂ ਟੋਰ, ਘਰ ਨਹੀਂ ਸਾਈ ਬਾਪ ਦੇ ਮੰਗ ਲਿਆਵੀਂ ਹੋਰ, ਨਹੀਂ ਦੁਬੇਲਾ ਕੱਢਦੀ ਪਿੱਠ ਨਹੀਂ ਐਦੀ ਜ਼ੋਰ, ਖਾਨ ਖੀਵੇ ਦੇ ਝਾਂਜਰੇ ਸਾਰੇ ਰੱਤ ਬਖੋਰ, ਭਜੀਆਂ ਜਾਨ ਨਹੀਂ ਦੇਵਦੇ ਉਧਲ ਗਈਆਂ ਦੇ ਚੋਰ। ਵਾਹ। ਵੇਖ ਤਮਾਸ਼ਾ ਹਾਫਜ਼ਾ ਬੁੱਤ ਉਡੀਕ ਕੇ ਗੌਰ। ਵਾਹ। 113 ਜੀ ਮਿਰਜ਼ਾ ਜਵਾਬ। ਨੀਲੀ ਵੇਖ ਨਾ ਦੁੰਬਲੀ ਜੂਰੇ ਜੀ ਨਾ ਪਾ, ਡਰਦੇ ਧਰਤੀ ਪਖਨੋਂ ਚੋਗ ਨਾ ਚੁਗਦੇ ਆ। ਵਾਹ। ਹਿਰਨ ਮਰਿੰਦੀ ਚੱਲ ਕੇ ਤਈੜ ਦੁੰਬ ਰਲਾ, ਦੋ ਨਹੀਂ ਦਾ ਖਟਿਆ ਨੀਲੀ ਛੱਡਿਆ ਪਾ, ਚੜਨਾ ਹੈ ਆਪਣੇ ਸ਼ੌਕ ਨੂੰ ਨੀਲੀ ਨੀਂਦ ਨਾ ਜਾ, ਪਤੇ ਨੀਲੀ ਦੇ ਲਈ ਕਦੀ ਤੰਗ ਬਲਾ, ਚੜੀ ਤੂੰ ਕਿਤੇ ਆ ਬਈ ਦਾਨਾ ਬਾਦ ਖਾ। ਨੰਬਰ 114 ਬਖਸ਼ੀ ਅਕਬਰ ਬਾਦਸ਼ਾਹ ਕਾਠੀ ਸਨੇ ਲਗਾਮ, ਕੰਨ ਕਲਮਾ ਲਿੰਗ ਥਮੀਆਂ ਪੂਛਲ ਧਰਤ ਮਿਆਨ, ਜਿਵੇਂ ਬੁਰਾਕ ਰਸੂਲ ਦਾ ਨੀਲੀ ਉਸ ਉਡਾਨ, ਔੜਕ ਉਹ ਕੁਝ ਹੋਸੀਆ ਕਲਮਾ ਪੜੇ ਜ਼ੁਬਾਨ। ਵਾਹ। 115 ਸਾਹਿਬਾਂ ਦੀ ਤਿਆਰੀ। ਮਿਰਜ਼ਾ ਪਹੁੰਚਿਆ ਓੜ ਤੇ ਨਾਲ ਜੋ ਕੀਤਾ ਯਾਰ, ਖਬਰਾਂ ਮੁਤਰਬ ਜ਼ਾਦੀਆਂ ਜੋ ਸੁਣ ਵਿੱਚ ਵਿਆਰ, ਖਬਰ ਸੁਣੀ ਜਦ ਸਾਹਿਬਾਂ ਤੈ ਕੀਤੀ ਬਨਸਾਰ, ਜਾਂਦੀ ਕਿਸੇ ਨਾ ਡਿੱਠੀ ਆ, ਜਾਂਦੀ ਕਿਸੇ ਨਾ ਡਿੱਠੀ ਆ ਆਹੀ ਰਾਤ ਗੁਬਾਰ। 116 ਤੋਂ ਸ਼ੁਰੂ ਕਰਾਂਗੇ ਜ਼ੁਬੈਰ ਸਾਹਿਬ ਅੱਜ। ਤੇ हाँ जी। ਮਿਰਜ਼ੇ ਦੀ ਰਵਾਨਗੀ ਦੀ ਚਲੋ ਹਾਂ ਡਿਸਕ੍ਰਿਪਸ਼ਨ ਇਥੋਂ 116 ਰਾਈਟ। ਜੀ। ਚਲੋ 116 ਚਲ ਮੈਂ ਪੜ੍ਹਦੀ ਹਾਂ। ਜੀ ਪੜੋ। ਮਿਰਜ਼ੇ ਦੀ ਰਵਾਨਗੀ। ਸਿਰ ਤੋਂ ਵੱਲ ਵਿੰਗ ਲਾ ਕੇ ਦੇਖੇ ਪਿਆ ਹੰਝਾਰ, ਮੌੜੀ ਕੱਢ ਕੇ ਕੱਤਿਆ ਗਲ ਨੀਲੀ ਦੇ ਹਾਰ, ਸਹਿਬਾਂ ਦਾ ਚੋਲਾ ਵੇਖ ਕੇ ਕੀਤਾ ਚਾਹ ਲੰਗਾਰ, ਜੁੱਤੀ ਜੜੀ ਸਿਤਾਰਿਆਂ ਟੋਟੇ ਕੀਤੀ ਚਾਰ, ਪੈ ਨਾਈ ਨੂੰ ਛੱਡ ਕੇ ਹੋ ਟੁਰਿਆ ਅਸਵਾਰ, ਨਾਈ ਨੂੰ ਪੌਦੇ ਪੌਲੜੇ ਜਿਉ ਨਾਰ ਬਦਕਾਰ। ਅੱਗੇ ਕੌਣ ਇਹ ਪੜੇਗਾ? ਮੇਰੇ ਖਿਆਲ ਸਾਰੇ ਪੜ੍ਹੀਏ ਇਸ ਬੰਦ ਨੂੰ, ਫਿਰ ਅੱਗੇ ਜ਼ੁਬੈਰ ਸਾਹਿਬ ਕਰਨਗੇ ਇਹਦੇ ਮਤਲਬ। ਜ਼ੁਬੈਰ ਸਾਹਿਬ ਇਹ ਜਿਹੜਾ ਬੋਲਿਆ ਸਾਰੇ ਲਫ਼ਜ਼ ਸਹੀ ਸਨ ਕਿ ਇਹਦੇ ਚ ਕੁਝ ਹੋਰ? ਹੰਜਾਰ ਹੀ ਹੈ, ਹੰਜ਼ਾਰ ਕੀ ਹੈ? ਇਹ ਲਫ਼ਜ਼ ਕੀ ਹੈ? ਪਿਆ ਹੰਜਾਰ, ਇਹ ਠੀਕ ਹੈ? ਇਹ ਹੰਜਾਰ ਹੀ ਹੈ। ਅੱਛਾ ਠੀਕ ਸ਼ਾਇਦ ਹੈ, ਤੁਸੀਂ ਲਫ਼ਜ਼ ਸੁਣਿਆ ਹੋਵੇਗਾ ਨਾ ਹੰਜਾਰ। ਨਹੀਂ ਸੁਣਿਆ। ਨਾ ਹੰਜਾਰ ਜਿਹੜਾ ਹੁੰਦਾ ਹੈ ਉਹ ਮੈਂ ਪੂਰੀ ਡਿਟੇਲ ਦਾਂਗਾ ਤੁਹਾਨੂੰ ਬਾਅਦ ਚ। ਹਾਂਜੀ ਠੀਕ ਹੈ। ਹਾਂ। ਇੱਕ ਹੋਰ ਸੀਗਾ, ਇੱਕ ਹੋਰ ਲਫ਼ਜ਼ ਸੀ, ਨਹੀਂ ਹੋਰ ਠੀਕ ਹੈ, ਹੋਰ ਬਾਕੀ ਠੀਕ ਸੀ। ਹਾਂਜੀ ਪੜੋ ਜੀ। ਹਾਂ ਹਾਂਜੀ ਲੇਜ਼ੀਅਤ। ਮੈਂ ਪੜ੍ਹਦਾ ਅੱਗੇ। ਹਾਂਜੀ। ਸੋ 116 ਮਿਰਜ਼ੇ ਦੀ ਰਵਾਨਗੀ। ਸਿਰ ਤੋਂ ਵੱਲ ਵਿੰਗ ਲਾ ਕੇ ਦੇਖੇ ਪਿਆ ਹੰਝਾਰ, ਮੌਲੀ ਕੱਢ ਕੇ ਕੱਤਿਆ ਗਲ ਨੀਲੀ ਦੇ ਹਾਰ, ਸਹਿਬਾਂ ਦਾ ਚੋਲਾ ਵੇਖ ਕੇ ਕੀਤਾ ਚਾਹ ਲੰਗਾਰ,
ਜੁੱਤੀ ਜੜੀ ਸਿਤਾਰਿਆਂ ਟੋਟੇ ਕੀਤੀ ਚਾਰ ਪਏ ਨਾਈ ਨੂੰ ਛੱਡ ਕੇ ਹੋ ਟੁਰਿਆ ਸਵਾਰ ਨਾਈ ਨੂੰ ਪੈਂਦੇ ਪੌਲੜੇ ਜਿਉਂ ਨਾਰ ਬਦਕਾਰ। ਮੈਂ ਪੜ੍ਹ ਲੈਣਾ। ਮਿਰਜ਼ੇ ਦੀ ਰਵਾਨਗੀ 116। ਸਿਰ ਤੋਂ ਵੱਲ ਵਿੰਗ ਲਾ ਕੇ ਦੇਖੇ ਪਿਆ ਹੰਜਾਰ ਮੌਲੀ ਕੱਢ ਕੇ ਘੱਤਿਆ ਗਲ ਨੀਲੀ ਦੇ ਹਾਰ ਸਾਹਿਬਾਂ ਦਾ ਚੋਲਾ ਵੇਖ ਕੇ ਕੀਤਾ ਚਾਹ ਲੰਗਾਰ ਜੁੱਤੀ ਜੜੀ ਸਿਤਾਰਿਆਂ ਟੋਟੇ ਕੀਤੀ ਚਾਰ ਪਏ ਨਾਈ ਨੂੰ ਛੱਡ ਕੇ ਹੋ ਟੁਰਿਆ ਅਸਵਾਰ ਨਾਈ ਨੂੰ ਪਾਉਂਦੇ ਪੌਲੜੇ ਜਿਉਂ ਨਾਰ ਬਦਕਾਰ। ਬਹੁਤ ਸ਼ੁਕਰੀਆ ਜੀ। ਹਾਂ ਲੇਜ਼ੀਆ ਜੀ ਆਏ ਨੇ ਪਹਿਲੀ ਦਫਾ ਸਾਡੀ ਮਿਰਜ਼ਾ ਸਾਹਿਬਾਂ ਦੀ ਸੰਗਤ 'ਚ। 2-3 ਗੱਲਾਂ ਬਸ ਮੈਂ ਦੱਸ ਦਿਆਂ, ਇਹਨਾਂ ਨੂੰ ਜ਼ਿਆਦਾ ਨਹੀਂ ਪੋਸੀਬਲ, ਕਿਉਂਕਿ ਅਸੀਂ ਇਹ ਜਿਹੜੇ ਸਾਡੇ ਵੱਡੇ ਕਿੱਸੇ ਨੇ ਹੀਰ ਰਾਂਝੇ ਦਾ, ਸੋਹਣੀ ਮਹੀਵਾਲ ਦਾ ਤੇ ਸੱਸੀ ਪੁੰਨੂ ਦਾ, ਇਸ ਤਰ੍ਹਾਂ ਮਿਰਜ਼ਾ ਸਾਹਿਬਾਂ ਦਾ ਕਿੱਸਾ ਹੈ। 17ਵੀਂ ਸਦੀ ਦੇ ਵਿੱਚ ਇਹ ਹਾਫਜ਼ ਬਰਖੁਦਾਰ ਨੇ ਇਹ ਕਿੱਸਾ ਲਿਖਿਆ। ਉਸ ਤੋਂ ਪਹਿਲੇ ਪੀਲੂ ਇੱਕ ਸ਼ਾਇਰ ਹੋਇਆ, ਉਹਨੇ ਵੀ ਇਹ ਕਿੱਸਾ ਲਿਖਿਆ ਸੀ, ਲੇਕਿਨ ਉਹ ਨਾਮੁਕੰਮਲ ਹੈ। ਅਸੀਂ ਹਾਫਜ਼ ਬਰਖੁਦਾਰ ਦਾ ਕਿੱਸਾ ਪੜ੍ਹ ਰਹੇ ਹਾਂ। ਤਕਰੀਬਨ ਇਹਦਾ ਪੀਰੀਅਡ ਜਿਹੜਾ ਹੈ ਔਰੰਗਜ਼ੇਬ ਤੇ ਉਸ ਤੋਂ ਪਹਿਲੇ ਜਿਹੜਾ ਸ਼ਾਹਜਹਾਂ ਦਾ ਪੀਰੀਅਡ ਬਣਦਾ ਹੈ। ਉਹ ਬੜਾ ਸਖਤੀ ਦਾ ਵੇਲਾ ਸੀ ਹਿੰਦੁਸਤਾਨ ਦੇ ਵਿੱਚ ਵੀ, ਪੰਜਾਬ 'ਚ ਵੀ। ਇਹ ਕਹਾਣੀ ਜਿਹੜੀ ਹੈ, ਮਿਰਜ਼ਾ ਤੇ ਸਾਹਿਬਾਂ ਦੋ ਕਜ਼ਨਸ ਨੇ। ਵੈਸੇ ਤੇ ਬਚਪਨ 'ਚ ਉਹਨਾਂ ਦਾ ਪਿਆਰ ਸੀ। ਫਿਰ ਉਹ ਮਿਰਜ਼ਾ ਵਾਪਸ ਚਲਾ ਗਿਆ ਦਾਨਾਬਾਦ ਆਪਣੇ ਸ਼ਹਿਰ, ਤੇ ਸਾਹਿਬਾਂ ਜਿਹੜੀ ਹੈ ਉਹ ਸਿਆਲ ਵਿੱਚ ਇੱਥੇ ਝੰਗ ਵਿੱਚ ਹੀ ਰਹਿ ਰਹੀ ਹੈ। ਤੇ ਹੁਣ ਉਹਦਾ ਵਿਆਹ ਹੋਣ ਲੱਗਾ, ਲੇਕਿਨ ਉਹ ਜਿਹੜੇ ਚੱਦੜ ਨੇ ਜਿੱਥੇ ਉਹਦਾ ਵਿਆਹ ਹੋ ਰਿਹਾ, ਉੱਥੇ ਉਹ ਵਿਆਹ ਨਹੀਂ ਕਰਨਾ ਚਾਹੁੰਦੀ। ਤੇ ਉਹ ਮਿਰਜ਼ੇ ਨੂੰ ਸੁਨੇਹਾ ਦਿੰਦੀ ਹੈ ਕਿ ਤੂੰ ਆ ਤੇ ਮੈਨੂੰ ਨਾ ਆਜ਼ਾਦ ਕਰਾ, ਇੱਥੋਂ ਕੱਢ ਕੇ ਲੈ ਜਾ। ਤੇ ਉਹ ਮੁਖਤਲਿਫ ਕਹਾਣੀਆਂ ਦੇ ਪੜਾਅ ਤੋਂ ਲੰਘਦੇ ਅੱਜ ਅਸੀਂ ਇਹ ਜਿਹੜੇ ਬੰਦ ਪੜ੍ਹਨ ਲੱਗੇ ਹਾਂ, ਤੇ ਉਹ ਬੜੇ ਕਰੂਸ਼ਲ ਨੇ ਔਰ ਇੱਕ ਖਾਸ ਤਰ੍ਹਾਂ ਦਾ ਕਲਾਈਮੈਕਸ ਹੈ ਕਹਾਣੀ ਦਾ, ਕਿਉਂਕਿ ਹੁਣ ਵਾਕਈ ਸਾਹਿਬਾਂ ਜਿਹੜੀ ਹੈ ਉਹਦੇ ਨਾਲ ਮਿਰਜ਼ੇ ਨਾਲ ਬੈਠ ਕੇ ਚਲੀ ਜਾਏਗੀ ਔਰ ਇੱਕ ਨਵਾਂ ਜਿਹੜਾ ਹੈ ਨਵਾਂ ਫੇਜ਼ ਕਹਾਣੀ ਦਾ ਸ਼ੁਰੂ ਹੋਏਗਾ। ਅਸੀਂ ਹੁਣ ਸ਼ੁਰੂ ਕਰਨ ਲੱਗੇ ਹਾਂ 116 ਬੰਦ ਤੋਂ, ਤੇ ਤਕਰੀਬਨ ਮੇਰਾ ਖਿਆਲ 238 ਬੰਦ ਨੇ। ਜੇ ਤੁਹਾਨੂੰ ਇਹ ਕਿੱਸਾ ਚੰਗਾ ਲੱਗੇ ਜਾਂ ਤੁਹਾਨੂੰ ਕੋਈ ਇਹਦੇ 'ਚ ਲੱਗੇ ਕੋਈ ਮੇਰੀ ਲਰਨਿੰਗ ਹੋ ਰਹੀ ਹੈ, ਤੇ ਤੁਸੀਂ ਆਸਤਾ ਇਹਦੇ 'ਚ ਇਨਵੋਲਵ ਹੋ ਜਾਓਗੇ, ਜਿਵੇਂ ਸਾਰੇ ਸਾਡੇ ਦੂਜੇ ਮੈਂਬਰ ਜਿਹੜੇ ਨੇ, ਮਿੱਤਰ ਜਿਹੜੇ ਨੇ, ਉਹ ਇਨਵੋਲਵ ਹੋਏ ਨੇ। ਸਿਰ ਤੋਂ ਸੇ ਤੁਹਾਡੇ ਕੋਲ ਹੈਗੀ ਲਖਵੀਰ, ਤੁਹਾਡੇ ਕੋਲ ਹੈਗਾ ਟੈਕਸਟ ਲੱਭਿਆ? ਨਹੀਂ, ਮੇਰੇ ਕੋਲ ਟੈਕਸਟ ਨਹੀਂ ਹੈ ਜੀ। ਲੱਭਿਆ ਨਹੀਂ? ਅੱਛਾ ਚਲੋ ਫਿਰ ਲੱਭ ਲਿਆ ਜੀ। ਕੋਈ ਨਹੀਂ, ਮੈਂ ਨੈਕਸਟ ਟਾਈਮ ਤੋਂ ਨਾ ਬਿਲਕੁਲ ਤਿਆਰੀ ਕਰਕੇ ਆਵਾਂਗੀ, ਪ੍ਰੋਮਿਸ। ਹਾਂਜੀ ਜੀ। ਹਾਂ, ਸਿਰ ਤੋਂ ਵੱਲ ਵੰਗ ਲਾ ਕੇ ਦੇਖੇ ਪਿਆ ਹੰਝਾਰ। ਮਿਰਜ਼ੇ ਦੀ ਗੱਲ ਹੋ ਰਹੀ ਹੈ, ਮਿਰਜ਼ੇ ਦੀ ਹੀ ਰਵਾਨਗੀ ਹੈ। ਵੱਲ ਵੰਗ ਹੁੰਦਾ ਟੇੜਾ ਮੇੜਾ, ਮੁਰਾਦ ਹੈਗਾ ਸਿਰ ਤੇ ਵਲੀ ਹੋਈ ਟੇੜੀ ਮੇੜੀ ਪਗੜੀ ਜਾਂ ਕੱਪੜਾ। ਹੰਝਾਰ ਜਿਹੜਾ ਲਫ਼ਜ਼ ਹੈ ਇਹ ਠੇਠ ਮੁਹਾਵਰੇ ਦੇ ਵਿੱਚ ਝੰਗਦਾ ਹੈ, ਜਿੱਥੇ ਹੰਝਾਰ ਜਿਹੜਾ ਹੈ ਫਾਰਸੀ ਦੇ ਵਿੱਚ ਰਸਤਾ ਹੈ। ਨਾ ਹੰਝਾਰ ਬੋਲਿਆ ਜਾਂਦਾ ਹੈ। ਸ਼ਾਇਦ ਡਾਕਟਰ ਲੇਜ਼ੀਆ ਜੀ ਪੜ੍ਹਨਗੇ ਦੱਸਣ ਸਾਨੂੰ, ਠੀਕ ਰਸਤੇ ਉੱਤੇ ਜਿਹੜਾ ਨਾਂ ਚੱਲ ਰਿਹਾ ਹੋਇਆ। ਅਸੀਂ ਇਹਨੂੰ ਕਹਿੰਦੇ ਯਾਰ ਤੂੰ ਬੜਾ ਨਾਂ ਹੰਝਾਰ ਹੈਗਾ, ਤੈਨੂੰ ਸਮਝ ਨਹੀਂ ਆ ਰਹੀ। ਸਰਗੋਧੇ ਦੀ ਜ਼ੁਬਾਨ ਵਿੱਚ ਇਹ ਦੇਸੀ ਲਫ਼ਜ਼ ਹੈ। ਜਿਸ ਤਰ੍ਹਾਂ ਕੋਈ ਚੀਜ਼ ਹੈ, ਜਿਸ ਤਰ੍ਹਾਂ ਕੋਈ ਕਿਸੇ ਦਾ ਪੂਰੀ ਅਸਲ ਹਸਤੀ ਹੈ, ਉਹਦੇ ਮਾਇਨੇ 'ਚ ਇਸਤੇਮਾਲ ਹੁੰਦਾ ਹੈ ਕਿ ਤੂੰ ਹੈ ਹੰਝਾਰ, ਮੈਨੇ ਪੂਰਾ ਜਿਹੜਾ ਸਾਹਮਣੇ ਅਸਲ ਉਹਦੇ ਸਾਹਮਣੇ ਜਿਹੜਾ ਰਸਤਾ ਹੈ ਉਹਨੂੰ ਵੇਖ ਰਿਹਾ। ਵੇਖੇ ਪਿਆ ਹੰਝਾਰ, ਉਹ ਸਾਰਾ ਰਸਤਾ ਜਿਹੜਾ ਸਾਹਮਣੇ ਅਸਲ ਹੈ ਰਸਤਾ, ਉਹਨੂੰ ਉਹ ਵੇਖ ਰਿਹਾ। ਮੌਲੀ ਕੱਢ ਕੇ ਘੱਤਿਆ ਗਲ ਨੀਲੀ ਦੇ ਹਾਰ। ਇਹ ਇੱਕ ਰਿਚੁਅਲ ਜਿਹੜਾ ਉਹ ਉਹਨੇ ਕੀਤਾ। ਮੌਲੀ ਜਿਹੜੀ ਹੈ
ਇੱਥੇ ਥੱਲੇ ਇੱਕ ਹਾਰ ਹੈਗਾ, ਗਾਣਾ ਸੱਤ ਰੰਗਾ ਸ਼ਗਨ ਦੇ ਤੌਰ ਤੇ ਬਣਿਆ ਜਾਂਦਾ ਹੈ। ਵੱਖੋ ਰੰਗ ਦੇ ਧਾਗਿਆਂ ਦਾ ਵੀ ਹਾਰ ਹੈ। ਵਿਆਹ ਵੇਲੇ ਕੁੜੀ ਪਾਉਂਦੀ ਹੈ, ਤਾਜ ਵਗੈਰਾ ਤੁਸੀਂ ਕਹਿ ਲਓ। ਉਹਨੇ ਸ਼ਾਇਦ ਆਪਣੇ ਘਰੋਂ ਲੈ ਕੇ ਆਇਆ, ਲੱਗਦਾ ਹੈਗਾ ਕਿ ਉਹਨੇ ਨੀਲੀ ਦੇ ਗੱਤਿਆ ਗਲ ਨੀਲੀ ਦੇ ਹਾਰ, ਉਹਨੇ ਨੀਲੀ ਦੇ ਉਹ ਹਾਰ ਜਿਹੜਾ ਉਹ ਪਾ ਦਿੱਤਾ। ਸਾਹਿਬਾਂ ਦਾ ਚੋਲਾ ਵੇਖ ਕੇ ਕੀਤਾ ਚਾ ਲੰਗਾਰ। ਸਾਹਿਬਾਂ ਨੇ ਜਿਹੜਾ ਲਿਬਾਸ ਪਾਇਆ ਹੋਇਆ ਸੀ, ਚੋਲਾ ਜਿਹੜਾ ਪਾਇਆ ਹੋਇਆ ਸੀ, ਲਿਬਾਸ ਦੇ ਉੱਤੇ ਦਾ ਕੱਪੜਾ, ਉਹਨੂੰ ਉਹਨੇ ਪਾੜ ਦਿੱਤਾ। ਜੁੱਤੀ ਜੁੜੀ ਸਿਤਾਰਿਆਂ ਟੋਟੇ ਕੀਤੀ ਚਾਰ, ਜਿਹੜੀ ਉਹਨੇ ਜੁੱਤੀ ਪਾਈ ਸੀ ਉਹ ਵੀ ਤੋੜ ਦਿੱਤੀ ਹੈ। ਪਏ ਨਾਈ ਨੂੰ ਛੱਡ ਕੇ ਹੋ ਟੁਰਿਆ ਸਵਾਰ, ਜਿਹੜਾ ਨਾਈ ਉਹਨੂੰ ਕੋਈ ਨਜ਼ਰ ਆ ਰਿਹਾ ਸੀ, ਉਹਨੂੰ ਛੱਡ ਕੇ ਉਹ ਸਵਾਰ ਹੋ ਗਿਆ। ਨਾਈ ਨੂੰ ਪਾਉਂਦੇ ਪੋਲੜੇ ਜਿਉਂ ਨਾਰ ਬਤਕਾਰ, ਨਾਈ ਨੂੰ ਉਹਨੇ 2-4 ਲਾਈਆਂ ਨੇ ਪੋਲੜੇ, ਜੁੱਤੀਆਂ ਇੱਥੇ ਲਿਖਿਆ ਹੈ, ਲੇਕਿਨ ਹੱਥ ਨਾਲ ਵੀ ਜਿਹੜੇ 2-4 ਮਾਰੇ ਆ ਜਾਏ ਉਹ ਵੀ ਪੋਲੜੇ ਹੀ ਨੇ। ਇੰਝ ਉਹਨੇ ਨਾਈ ਨੂੰ ਪਿੱਛੇ ਕੀਤਾ ਜਿਵੇਂ ਕੋਈ ਬਤਕਾਰ ਨਾਰ ਹੁੰਦੀ ਹੈ। ਇੱਕ ਇੱਥੇ ਦੋਸਤ ਮੈਂ ਕੋਈ ਗੱਲ, ਹਾਂਜੀ ਇਹ ਜਿਹੜੀ ਮੌਲੀ ਹੁੰਦੀ ਨਾ ਸਰ ਜੀ, ਇਹ ਜਿਹੜਾ ਜਦ ਸ਼ੁਰੂ ਹੁੰਦਾ ਨਾ ਸ਼ਾਦੀ, ਤੇ ਇਹ ਕੁੜੀਆਂ ਦੇ ਔਰ ਮੁੰਡਿਆਂ ਦੇ ਨਾ ਹੱਥਾਂ ਤੇ ਬੰਨ੍ਹ ਦਈਦੀ ਹੈ। ਇੱਕ ਧਾਗਾ ਹੁੰਦਾ ਹੈ, ਉਹਦੇ ਵਿੱਚ ਇੱਕ ਹੁੰਦੀ ਆ ਕੀ ਸਿੱਪੀ ਜਿਹੀ ਵੀ ਹੁੰਦੀ ਆ, ਸਮਾਲ, ਤੇ ਇਹਦੇ ਚ ਹਲਦੀ ਜਿਹੀ ਵੀ ਬੰਨੀ ਹੁੰਦੀ ਆ, ਤੇ ਸੰਦੂਰ ਜਿਹਾ ਵੀ ਬੰਨਿਆ, ਪੋਟਲੀਆਂ ਹੁੰਦੀਆਂ, ਤੇ ਕਿੱਦਾਂ ਹੱਥ ਤੇ ਉਹ ਗਾਨੀ ਜੀ ਬੰਨ੍ਹ ਦਿੰਦੇ ਆ। ਇਹ ਉਹ ਹੈਗੀ ਹੈ। ਸੋ ਉਹਨੂੰ ਕਹਿੰਦੇ ਆ ਸਾਡੇ ਤੇ ਇੱਥੇ ਜਿਹੜਾ ਮੌਲੀ, ਕਿ ਵੀ ਸਟਾਰਟਿੰਗ, ਕਿ ਵੀ ਇਹ ਹੁਣ ਸਗਨਾ ਵਾਲਾ ਇਹ ਕੰਮ ਸ਼ੁਰੂ ਹੋ ਗਿਆ ਇਹਦਾ। ਸੋ ਦੈਟਸ ਵਨ ਥਿੰਗ। ਤੇ ਜਿਹੜਾ ਇਹ ਨਾਈ ਦੀ ਆਪਾਂ ਗੱਲ ਕੀਤੀ, ਉਹ ਹੀ ਨਾਈ ਨਹੀਂ ਜਿਹੜਾ ਕਿ ਵੀ ਭੇਜਿਆ ਸੀ, ਜਿਹੜਾ ਹੂ ਵਾਸ ਦਾ ਗੋ ਬਿਟਵੀਨ, ਉਹਨੂੰ ਫੜ ਕੇ ਫਿਰ ਉਹਨਾਂ ਨੇ ਪੋਲੜੇ ਮਾਰੇ ਜਦੋਂ ਟੁਰ ਗਿਆ ਉਹਨੂੰ ਲੈ ਕੇ। ਹਾਂ ਮੇਰੇ ਖਿਆਲ ਉਹੀ ਹੋਣਾ, ਇੱਕਦਮ ਸਮਝ ਨਹੀਂ ਆਉਂਦੀ ਨਾਈ ਕਿੱਥੋਂ ਆ ਗਿਆ ਵਿੱਚ। ਇਹ ਉਹੀ ਨਾਈ ਜੇ ਜਿਹੜਾ ਇਹਨਾਂ ਦਾ ਗੋ ਬਿਟਵੀਨ ਸੀ। ਹਾਂ। ਸੋ ਅਨਦਰ ਥਿੰਗ ਇਜ਼ ਕਿ ਉਹਨੇ ਉਹਦੇ ਤੋਂ ਖਿੱਚ ਕੇ ਉਹਦੇ ਹੱਥ ਚੋਂ, ਆਈ ਥਿੰਕ ਉਹ ਜਿਹੜੀ ਉਹ ਮੌਲੀ ਸੀਗੀ, ਉਹਨੂੰ ਉਹਦੇ ਸਾਰੇ ਜਿਹੜੇ ਸਗਨਾਂ ਦੇ ਉਹ ਸਾਰੇ ਜਿਹੜੇ ਉਹਦੇ ਨਿਸ਼ਾਨੀਆਂ ਸੀਗੀਆਂ ਸਾਹਿਬਾਂ ਦੀਆਂ, ਉਹਨੇ ਉਹ ਸਾਰੀਆਂ ਲਾ ਕੇ ਤੇ ਉਹਨਾਂ ਨੂੰ ਚੀਰੋ ਚੀਰ ਕਰਕੇ ਤੇ ਉਹਦੇ ਗਲ ਚ ਪਾ ਦਿੱਤੀ, ਆਪਣੀ ਘੋੜੀ ਦੇ ਗਲ ਚ ਪਾ ਦਿੱਤਾ ਉਹ ਸਗਨਾ, ਉਹ ਮਤਲਬ ਉਦਾਂ ਹੀ ਸਿੱਟ ਕੇ, ਆਈ ਥਿੰਕ। ਹਾਂ ਉਹਨੇ ਕਿਉਂ ਕੀਤਾ ਹੈ, ਮਿਰਜ਼ੇ ਨੇ ਉਹਦੇ ਕਿਉਂ ਕੀਤਾ ਹੈ ਸਾਰਾ ਕੁਝ? ਕਿਉਂਕਿ ਉਹ ਦੇਖ ਨਹੀਂ ਨਾ ਸਕਦਾ ਦੂਜੇ ਕਿਸੇ ਦੇ ਸਗਨਾਂ ਦੇ ਉੱਤੇ ਉਹਦੀ ਨਿਸ਼ਾਨੀਆਂ ਆਪਣੀ ਮੰਗ ਉਹ ਜੋ ਵੀ ਆਪਣੇ ਪਿਆਰ ਦੇ ਉੱਤੇ ਪਾਈ ਹੋਈ, ਤੇ ਉਹਨੇ ਨੈਚੁਰਲੀ ਉਹ ਤਾਂ ਲਾ ਦੇਣੀ ਸੀ, ਉਹਨੂੰ ਤਾਂ ਚੰਗੀਆਂ ਥੋੜੀ ਲੱਗਦੀਆਂ। ਉਹ ਤਾਂ ਨਿਸ਼ਾਨੀ ਉਹ ਹੈ ਕਿ ਕਿਸੇ ਹੋਰ ਨਾਲ ਮੰਗੀ ਜਾ ਰਹੀ, ਕਿਸੇ ਹੋਰ ਨਾਲ ਵਿਆਹੀ ਜਾ ਰਹੀ। ਸੋ ਹੀ ਕਾਂਟ ਸਟੈਂਡ ਇਟ। ਇਹ ਵੀ ਤਾਂ ਹੋ ਸਕਦਾ ਕਿ ਜਿਹੜੇ ਸਫ਼ਰ ਤੇ ਉਹ ਜਾ ਰਹੇ ਨੇ ਉਹ ਇਸ ਤਰ੍ਹਾਂ ਦਾ ਸਫ਼ਰ ਹੈ ਕਿ ਉਹਨੇ ਕਿਹਾ ਗਿਆ ਇਹ ਸਫ਼ਰ ਦਾ ਤੂੰ ਲਿਬਾਸ ਨੇ ਜਿਹੜਾ ਸਹੀ ਨਹੀਂ ਪਾ ਕੇ ਆਈ, ਇਹ ਸਫ਼ਰ 'ਚ ਇਹ ਲਿਬਾਸ ਨਹੀਂ ਚੱਲੇਗਾ, ਪਤਾ ਨਹੀਂ ਸਾਡੇ ਨਾਲ ਕੀ ਹੋਣਾ। ਪਰ ਜਿਸ ਤਰ੍ਹਾਂ ਉਹਨੇ ਲਾਇਆ, ਤੋੜ ਤਾੜ ਕੇ, ਜਿਹੜਾ ਤੋੜਿਆ, ਲਾ ਕੇ ਲਾਣਾ ਇੱਕ ਹੋਰ ਚੀਜ਼ ਹੁੰਦਾ ਕਿ ਇਹਨਾਂ ਚੀਜ਼ਾਂ ਨੂੰ ਲਾ ਦੇ, ਪਰ ਉਹਨੇ ਤੋੜਿਆ, ਉਹਨਾਂ ਨੂੰ ਪਾੜਿਆ, ਉਹਦੇ ਬਸਤਰ ਨੂੰ, ਉਹਦੇ ਜੁੱਤੀ ਨੂੰ ਤੋੜਿਆ। ਇਹਦਾ ਮਤਲਬ ਕਿ ਉਹਨੇ ਉਸ ਚੀਜ਼ ਨੂੰ ਖਤਮ ਕਰਨਾ ਚਾਹਿਆ। ਹੀ ਡਜ਼ਨਟ ਅਗਰੈਸਿਵਲੀ ਉਹਨੂੰ ਕੀਤਾ ਸਾਰਾ। ਤੋੜਨਾ ਇਹ ਜਿਹੜੀਆਂ ਸਾਡੀਆਂ ਸੋਸ਼ਲ ਜਿਹੜੀਆਂ ਸਾਡੀਆਂ ਹੈਗੀਆਂ ਨੇ ਨਾ ਰਿਚੁਅਲਸ, ਅਸਲ 'ਚ ਉਹਨਾਂ ਤੋਂ ਨਾਬਰ ਹੋ ਰਹੇ ਆ। ਆਪੋਜ਼ਿਟ, ਯਾ ਉਸ ਤੋਂ ਨਾਬਰੀ ਹੈ ਉਹਨਾਂ ਦੀ, ਮਤਲਬ ਮੈਨੂੰ ਲੱਗਦਾ, ਮੈਂ ਸਿਰਫ ਟੈਕਸਟ ਸੁਣ ਕੇ ਕਹਿ ਰਹੀ ਹਾਂ, ਮੈਂ ਅਜੇ ਰੀਡ ਨਹੀਂ ਕਰੀ, ਬਟ ਉਹ ਨਾਬਰੀ ਹੈ ਉਹਨਾਂ ਦੀ, ਨਾਬਰ ਹੋ ਜਾਣ। ਨਾਬਰ ਵੀ ਹੈ, ਲੇਕਿਨ ਜੋ ਬੀਬਾ ਜੀ ਕਹਿ ਰਹੇ ਨੇ ਉਹ ਵੀ ਹੈ ਕਿ ਉਹ ਜਿਹੜਾ ਤਿਆਰ ਹੋਈ ਹੋਈ ਹੈ, ਜਿਹੜੀ ਉਹ ਵੋਟੀ ਬਣੀ ਹੋਈ ਹੈ, ਉਹ ਕਿਸੇ ਹੋਰ ਲਈ ਬਣੀ ਹੋਈ ਹੈ, ਮਿਰਜ਼ੇ ਲਈ ਨਹੀਂ ਬਣੀ ਹੋਈ। ਮੇਰੇ ਖਿਆਲ ਨਾਈ ਵੀ ਵਿੱਚ ਜਿਹੜਾ ਕੋਈ ਮਿਡਲਮੈਨ ਹੈ ਨਾ, ਉਹਨੂੰ ਵੀ ਉਹ ਡਿਸਕਾਰਡ ਕਰ ਰਿਹਾ ਕਿ ਤੂੰ ਵੀ ਇਹਦੇ ਚੋਂ ਨਿਕਲ, ਹੁਣ ਮੈਂ ਡਾਇਰੈਕਟਲੀ ਡੀਲ ਕਰਨਾ ਇਸ ਕੰਮ ਦੇ ਵਿੱਚ। ਹਾਂ ਲੇਕਿਨ ਉਹ ਥੋੜਾ ਜਿਹਾ ਨਾ, ਤੁਸੀਂ ਪਿੱਛੇ ਵੀ ਅਸੀਂ ਪੜ੍ਹਦੇ ਆਏ ਹਾਂ, ਉਹ ਬੜਾ ਫਾਸਟ ਹੈਗਾ, ਬੜਾ ਕੁਇਕ ਹੈਗਾ, ਠੱਕਾ ਠੱਕ ਉਹ ਕਰਨਾ ਚਾਹ ਰਿਹਾ ਸਾਰੀਆਂ ਚੀਜ਼ਾਂ। ਉਹਦੇ ਕੋਲ ਟਾਈਮ ਨਹੀਂ ਹੈਗਾ, ਕਿਉਂਕਿ ਉਹਨੂੰ ਕੱਢ ਕੇ ਲੈ ਕੇ ਜਾਣਾ ਸਾਹਿਬਾਂ ਨੂੰ, ਤੇ ਉਹ ਕੋਈ ਰਿਸਕ ਨਹੀਂ ਲੈ ਰਿਹਾ, ਕੁਛ ਉਹਦੇ ਕੋਲ 1 ਸੈਕਿੰਡ ਵੀ ਨਹੀਂ ਹੈ ਕੋਈ ਹੋਰ ਕੋਈ ਐਕਟੀਵਿਟੀ ਕਰਨ ਦਾ।
ਪਰ ਨਾਈ ਨੂੰ ਜਿਹੜੇ ਪੌਲੜੇ ਪੈ ਰਹੇ ਨੇ ਉਹ ਕਿਉਂਕਿ ਭਜਾ ਕੇ ਲੈ ਗਿਆ ਤੇ ਉਹ ਪਿੱਛੇ ਸਿਰਫ ਨਾਈ ਰਹਿ ਗਿਆ, ਤੇ ਉਹਨੂੰ ਹੀ ਲੋਕਾਂ ਨੇ ਫੜ ਕੇ ਉਹਨੂੰ ਚਿੱਤਰ ਫੇਰਨੇ ਸ਼ੁਰੂ ਕਰ ਦਿੱਤੇ। जुबैर साहब, हाँ जी। मिर्जा बड़ा एंटी हैमलेट है। एंटी एंटी हैमलेट है। सही है। चलो जी अगला बंद पढ़िए जी। हाँ, ਇਹ ਸਾਰਾ ਡਿਸਕ੍ਰਿਪਟਿਵ ਸੀ। ਉਹਦੇ ਸੀਨ ਦੱਸਦੇ ਪਏ ਨੇ ਕਿ ਉਹ ਸੀਨ ਕੀ ਚੱਲਦਾ ਪਿਆ, ਘੋੜੀ ਨੂੰ ਤਿਆਰ ਕਰਦਾ ਪਿਆ, ਤੇ ਡਿਸਕ੍ਰਿਪਸ਼ਨ ਆ ਰਹੀ ਹੈ ਜੁੱਤੀ ਕਿਹੋ ਜਿਹੀ ਹੈ, ਤੇ ਨਾਈ ਖੜਾ ਹੈ, ਤੇ ਥੱਲੇ ਨੂੰ ਲੀਰੋ ਲੀਰ ਪਤਾ ਹੈ। ਲੈਟਸ ਗੋ ਟੂ ਦ ਨੈਕਸਟ ਵਨ। 117 ਪੜੋ ਬੀਬਾ ਜੀ। ਮਿਰਜ਼ੇ ਤਦ ਸ਼ਹਿਬਾਜ਼ ਵਾਂ ਕੀਤਾ ਆਹ ਝੱਟ, ਫੜ ਬਾਹੋਂ ਲੈ ਸਾਹਿਬਾਂ ਨੀਲੀ ਪਿੱਛੇ ਕੱਤ, ਸਹਿਬਾਂ ਪਿੱਛੇ ਖੌਫ ਥੀ ਰੋਵੇ ਨੀਰ ਪਲਟ, ਖਬਰ ਹੋਸੀ ਜਦ ਮਾਣਿਆ ਮਿਲਸਣ ਵਾਗਾਂ ਕਤ। जी पढ़ो जी। अगे मिर्जे तद सहबाज वांग कीती आहा झट, फड़ बाहों लई साहिबां नीली पिछे कत, साहिबां पिछे खौफ थी रोवे नीर पलट, खबर होसी जद माणिया मिलसन वागा कत। मिर्जे तुद है कि तद है? मेरे ख्याल से तुद नहीं आएगा इत्थे। मिर्जे जिसे कहना तुद पंजाबी च। हां तद है, तुद तद भी है, तुद भी है। तुद थोड़ा जिहा मैं उस झंग दा इलाका हो जांदा, तुद उस दोबारा। ते तद पढ़ी कि तुद पढ़ी? वैसे जस्ट मोर तुद प्रॉब्लम। मेरा तुद सही है। अच्छा, मिर्जे तुद शहबाज वांग कीता आहा जट। क्योंकि जी शहबाज लहंदे पंजाब में तुद लफ्ज काफी इस्तेमाल करना है रूटीन। हाँ जी, मैं पढ़ना फिर तुद ही पढ़ना। मिर्जे 117 मिर्जे तुद शहबाज वांग कीता आहा झट, फड़ बाहों लई साहिबां नीली पिछे घत, साहिबां पिछे खौफ थी रोवे नीर पलट, खबर होसी जद माणिया मिलसन वागा घत। जी हाँ जी। शहबाज ਜਿਹੜਾ ਹੈ ਉਹ ਜਿਹੜਾ ਹੈ ਉਹ ਪਰਿੰਦਾ ਹੈ, ਜਿਹੜਾ ਜਿਹਨੂੰ ਅਸੀਂ ਕਹਿੰਦੇ ਆ, ਜਿਹੜਾ ਹੁੰਦਾ ਪਰਿੰਦਾ, ਉਹ ਜਿਹੜਾ ਦੂਜੇ ਪਰਿੰਦਿਆਂ ਨੂੰ ਖਾ ਜਾਂਦਾ, ਕੀ ਉਹਨੂੰ ਅਕਾਬ ਹੈਗਾ ਜਿਹੜਾ ਸ਼ਹਬਾਜ਼ ਹੈਗਾ। ਬਾਜ਼ ਜਿਹਨੂੰ ਕਹਿੰਦੇ। ਹਾਂ ਬਾਜ਼ ਵੀ ਕਹਿੰਦੇ ਨੇ। ਬੈਰ ਸਾਹਿਬ ਤੇ ਹਾਂ ਜੀ, ਬਾਜ਼ ਨੂੰ ਇੱਥੇ ਅਸੀਂ ਸ਼ਹਬਾਜ਼ ਲਿਖਿਆ ਹੈ, ਜਿਹੜਾ ਕਿ ਪਰਸ਼ੀਅਨ ਵਰਡ ਹੈ। ਦਾ ਮਤਲਬ ਇਹ ਸੀ ਉਹਦਾ ਕਿ ਪਰਿੰਦਿਆਂ ਦਾ ਬਾਦਸ਼ਾਹ ਸ਼ਹਬਾਜ਼। ਹਾਂ ਅੱਛਾ, ਉਹੀ ਤੁਹਾਨੂੰ ਯਾਦ ਹੋਏਗਾ ਨੂਰ ਜਹਾਂ ਦਾ ਬੜਾ ਗਾਣਾ ਮਸ਼ਹੂਰ ਹੈ, ਸ਼ਹਬਾਜ਼ ਕਦੇ ਪ੍ਰਵਾਸ ਤੇ ਜਾਣੇ ਰਾਜ ਦੇ ਲਾਂਦੇ, ਹਾਂਜੀ ਹਾਂ, ਜਿਉਂਦੇ ਰਹੇ ਤੇ ਲਾਲ ਕਲੰਦਰ ਆਣ ਮਿਲਾਂਗੇ। ਜੀ ਜੀ ਜੀ। ਤੇ ਇਹ ਹਾਂ ਉਹ ਸ਼ਹਿਬਾਜ਼, ਮੈਂ ਸ਼ਹਿ ਤੋਂ, ਸ਼ਹਿ ਜਿਹੜਾ ਬਾਦਸ਼ਾਹ ਹੈ ਬਾਜ਼ਾਂ ਦਾ ਜਾਂ ਸਾਰਿਆਂ ਪਰਿੰਦਿਆਂ ਦਾ, ਉਸ ਤਰ੍ਹਾਂ ਉਹ ਚਪਟਿਆ। ਉਹ ਮਿਰਜ਼ਾ ਤਦ ਸ਼ਹਬਾਜ਼ ਵਾਂਗ ਕੀਤਾ ਆਹਾ ਜੱਟ। ਜੱਟ ਮੈਨੇ ਹੈਗਾ ਪੰਜਾ, ਜਿਵੇਂ ਮਾਰੀਦਾ ਉਸ ਤਰ੍ਹਾਂ ਉਹਨੇ ਪੰਜਾ ਮਾਰਿਆ। ਫੜ ਬਾਹੋਂ ਲਈ ਸਾਹਿਬਾਂ ਨੀਲੀ ਪਿੱਛੇ ਗਤ, ਫੜ ਕੇ ਬਾਹਾਂ ਤੋਂ ਉਹਨੇ ਸਾਹਿਬਾਂ ਨੂੰ ਨੀਲੀ ਦੇ ਪਿੱਛੇ, ਜਿਹੜਾ ਆਪਣੀ ਘੋੜੀ ਪਿੱਛੇ ਬਿਠਾ ਦਿੱਤਾ। ਸਾਹਿਬਾਂ ਪਿੱਛੇ ਖੌਫ ਥੀ ਰੋਵੇ ਨੀਰ ਪਲਟ। ਇਹ ਬਹੁਤ ਮੀਨਿੰਗਫੁਲ ਹੈ ਲਾਈਨ। ਇਹਦੇ ਉੱਤੇ ਪੂਰਾ ਇੱਕ ਤਰ੍ਹਾਂ ਦਾ ਕਿੱਸਾ ਖਲੋਤਾ ਹੈ ਕਿ ਖੌਫ ਹੈ ਉਹਦੇ ਵਿੱਚ, ਭਾਵੇਂ ਉਹ ਇੱਕ ਫੈਸਲਾ ਐਕਸ਼ਨ ਦੇ ਵਿੱਚ ਜਾ ਰਹੀ ਹੈ, ਉੱਥੋਂ ਨਿਕਲ ਕੇ ਜਾ ਰਹੀ ਹੈ, ਲੇਕਿਨ ਬੇਖੌਫ ਨਹੀਂ ਹੈ ਜਿਵੇਂ ਮਿਰਜ਼ਾ ਹੈ। ਔਰ ਉਹ ਪਿੱਛੇ ਮੁੜ ਕੇ ਰੋ ਰਹੀ ਹੈ। ਖਬਰ ਹੋਸੀ ਜਦ ਮਾਣੀਆਂ
ਮਿਲਸਣ ਵਾਗਾਂ ਗਤ। ਇਹ ਮਿਲਸਣ ਵਾਗਾਂ ਗਤ ਜਿਹੜਾ ਬਹੁਤ ਮਜ਼ੇਦਾਰ ਹੈ। ਇਹਦਾ ਮੈਂ ਦੇਖ ਰਿਹਾ ਸਾਂ ਮਤਲਬ, ਇਹਦਾ ਮਤਲਬ ਹੈਗਾ ਕਿ ਜਦੋਂ ਸਵਾਰ ਬਹੁਤ ਤੇਜ਼ ਚੱਲਦੇ ਨੇ, ਜਦੋਂ ਘੋੜਿਆਂ ਦੇ ਉੱਤੇ ਭਜਾਉਂਦੇ ਨੇ ਤੇ ਵਾਗਾਂ ਨੂੰ ਛੱਡ ਦਿੰਦੇ ਨੇ, ਔਰ ਵਾਗਾਂ ਜਿਹੜੀਆਂ ਨੇ ਉਹ ਕੰਨਾਂ ਉੱਤੇ ਰੱਖ ਲੈਂਦੇ ਨੇ ਔਰ ਉਹਨਾਂ ਨੂੰ ਛੱਡ ਦਿੰਦੇ ਨੇ। ਔਰ ਉਹਨਾਂ ਦਾ ਕਹਿਣਾ ਹੁੰਦਾ ਕਿ ਘੋੜੇ ਨੂੰ ਜਾਂ ਜੋ ਵੀ ਹੈ ਸਪੀਡ ਦੇ ਵਿੱਚ ਤੂੰ ਕਰਕੇ ਦਿਖਾ ਜੋ ਦਿਖਾਣਾ ਹੈ, ਹੁਣ ਮੇਰੀਆਂ ਵਾਗਾਂ ਕੰਨਾਂ ਉੱਤੇ ਨੇ। ਖਬਰ ਹੋਸੀ ਜਦ ਮਾਣੀਆਂ ਨੂੰ ਜਦ ਖਬਰ ਹੋਏਗੀ, ਯਾਨੀ ਕਿ ਸਾਹਿਬਾਂ ਦੇ ਭਰਾਵਾਂ ਨੂੰ, ਮਿਲਸਣ ਵਾਗਾਂ ਗਤ, ਉਹ ਵੀ ਫਿਰ ਇਸ ਤਰ੍ਹਾਂ ਹੀ ਵਾਗਾਂ ਕਰਕੇ ਆਣਗੇ, ਖੁੱਲੀਆਂ ਵਾਗਾਂ ਕਰਕੇ ਤੇ ਫੇਰ ਮਿਲਣਗੇ ਤੇ ਫੇਰ ਅਸੀਂ ਵਾਗਾਂ ਫੜਾਂਗੇ। ਇਹ ਇਸ ਤਰ੍ਹਾਂ ਹੈਗਾ ਕਿ ਅਸੀਂ ਹੁਣ ਵਾਗਾਂ ਛੱਡ ਕੇ ਜਾ ਰਹੇ ਹਾਂ, ਉਹ ਵੀ ਆ ਕੇ ਹੁਣ ਸਾਨੂੰ ਵਾਗਾਂ ਨੂੰ ਮਿਲਣ। ਮੇਰੇ ਖਿਆਲ ਵਾਗਾਂ ਜਿਹੜੀਆਂ ਹੁੰਦੀਆਂ ਨਾ, ਜਦੋਂ ਘੋੜਸਵਾਰੀ ਵਿੱਚ ਵਾਗਾਂ ਹਾਂ। ਇੱਕ ਕਿਸਮ ਦੀਆਂ ਬ੍ਰੇਕਾਂ ਹੁੰਦੀਆਂ ਘੋੜੇ ਦੀਆਂ, ਹਾਂ ਜਦੋਂ ਢਿੱਲੀਆਂ ਛੱਡ ਦਿਓ ਤੁਸੀਂ, ਉਹ ਫਿਰ ਘੋੜਾ ਫੁੱਲ ਸਪੀਡ ਤੇ ਅੱਗੇ ਜਾਂਦਾ। ਹਾਂ, ਮਤਲਬ ਉਹੀ ਕਿ ਮੈਂ ਕਹਿ, ਹਾਂ, ਉਹਨਾਂ ਸਾਨੂੰ ਆ ਕੇ ਫੜ ਲੈਣਾ, ਉਹਨਾਂ ਨੇ ਬਹੁਤ ਛੇਤੀ ਆ ਕੇ ਸਾਡੇ ਪਿੱਛੇ ਪੈ ਜਾਣਾ, ਲੱਭ ਲੈਣਾ ਸਾਨੂੰ। ਹਾਂ, ਜਿਹੜੀਆਂ ਅਸੀਂ ਵਾਗਾਂ ਛੱਡ ਕੇ ਲੱਟ ਰਿਹਾ ਮਿਰਜ਼ਾ, ਉਹ ਵਾਗ ਆ ਕੇ ਉਹਨੂੰ ਦੁਬਾਰਾ ਉੱਥੇ ਆ ਕੇ ਉਹ ਉਹਨੂੰ ਮਿਲੇਗਾ ਤੇ ਵਾਗ ਉਹਦੀ ਜਿਹੜੀ ਉਹਨੇ ਛੱਡੀ ਹੋਈ ਹੈ ਉਹਨੂੰ ਫੜੇਗਾ। ਵੈਸੇ ਵਾਗਾਂ ਛੱਡਣਾ ਐਕਸਲਰੇਟਰ ਹੁੰਦਾ ਹੈ, ਮਤਲਬ ਉਹਨੂੰ ਤੇਜ਼ ਕਰਨਾ ਹੁੰਦਾ ਘੋੜੇ ਨੂੰ। ਜਦੋਂ ਵਾਗਾਂ ਖਿੱਚੀਆਂ ਜਾਣ ਘੋੜਾ ਖਲੋ ਜਾਂਦਾ। ਮੇਰਾ ਖਿਆਲ ਸਰ ਜੀ ਇਹਦਾ ਜਿਹੜਾ ਖਬਰ ਹੋ ਸੀ ਜਦ, ਇਹ ਜਿਹੜਾ ਲਾਸਟ ਲਾਈਨ ਹੈ, ਇਹ ਸਿੰਪਲ ਇਹੀ ਹੈ ਕਿ ਵੀ ਉਹਨਾਂ ਨੇ ਬਹੁਤ ਭਜਾ ਕੇ ਸਾਡੇ ਪਿੱਛੇ ਆ ਜਾਣਾ ਜਦ ਉਹਨਾਂ ਨੂੰ ਪਤਾ ਲੱਗਾ। ਐਂਡ ਜਦ ਉਹ ਕਹਿੰਦੀ ਨਾ ਪਿੱਛੇ ਉਹ ਖੌਫ ਨਾਲ ਰੋ ਰਹੀ, ਤੇ ਇਹ ਦੇਖੋ ਇਹਦੇ ਚ ਸ਼ਾਇਰ ਸਾਨੂੰ ਅੱਗੇ ਆਉਣ ਵਾਲੀ ਕਲੈਮਿਟੀ ਦਾ ਹੌਲੀ ਜੀ ਥੋੜਾ ਜਿਹਾ ਇਸ਼ਾਰਾ ਦੇ ਰਿਹਾ ਸਾਨੂੰ, ਕਿ ਉਹਨੂੰ ਅਵੇਅਰਨੈਸ ਹੈ ਕਿ ਕਲੈਮਿਟੀ ਕੋਈ ਨਾ ਕੋਈ ਹੋਣੀ ਹੈ। ਹਾਂ, ਲੇਕਿਨ ਜਿਹੜੀ ਮੈਂ ਗੱਲ ਕਰ ਰਿਹਾ ਨਾ, ਉਹ ਵੀ ਕਸਟਮ ਹੈਗਾ ਉਹਨਾਂ ਦਾ ਕਿ ਜਦੋਂ ਘੋੜੇ ਨਠਾਉਂਦੇ ਨੇ ਤੇ ਵਾਗਾਂ ਛੱਡ ਦਿੰਦੇ ਨੇ ਔਰ ਉਹ ਕੰਨ ਤੇ ਰੱਖ ਲੈਂਦੇ ਨੇ ਔਰ ਸਪੀਟਾਂ ਦੇ ਉੱਤੇ ਉਹ ਜਿਹੜਾ ਨਾ ਰੱਖ ਕੇ ਘੋੜੇ ਨਠਾਉਂਦੇ ਨੇ, ਤੇ ਅਗਲਾ ਜਿਹੜਾ ਉਹ ਕਹਿੰਦਾ ਕਿ ਉਹ ਆ ਕੇ ਤੇ ਮੈਨੂੰ ਇਹ ਮੇਰੀਆਂ ਵਾਗਾਂ ਮੇਰੇ ਹੱਥ 'ਚ ਫੜਾਏ, ਮੈਂ ਇਸ ਤਰ੍ਹਾਂ ਜਾ ਰਿਹਾ। ਇਸ ਤਰ੍ਹਾਂ ਦਾ ਥੋੜਾ ਜਿਹਾ ਮਿਲਿਆ ਜੁਲਿਆ ਮਤਲਬ ਜਿਹੜਾ ਨਾ, ਉਹ ਜਦੋਂ ਉਹ ਆਏਗਾ ਦੁਬਾਰਾ, ਜਿਹੜਾ ਦੂਜਾ ਹੈਗਾ, ਫਿਰ ਉਹਨੂੰ ਵਾਗਾਂ ਹੱਥ 'ਚ ਫੜਨੀਆਂ ਪੈ ਜਾਣਗੀਆਂ। ਰੋਕਣਾ, ਮਤਲਬ ਕਿਸੇ ਨੂੰ ਆ ਕੇ ਉਹਨਾਂ ਰੋਕ ਲੈਣਾ। ਹਾਂ। ਆਖਰੀ ਲਾਈਨ ਦਾ ਮਤਲਬ ਇਹ ਹੈਗਾ ਕਿ ਉਹ ਹੁਣ ਸਾਹਿਬਾਨ ਬਿਠਾ ਕੇ ਤੇ ਦਰਿਆ ਵੱਲ ਜਾ ਰਿਹਾ। ਉੱਥੇ ਮਾਣੇ ਜਿਹੜੇ ਨੇ, ਮੱਲਾਹ ਜਿਹੜੇ ਨੇ, ਉਹ ਇੰਤਜ਼ਾਰ ਕਰਦੇ ਪਏ ਨੇ ਤਾਂ ਕਿ ਇਹ ਫਟਾਫਟ ਉੱਥੇ ਜਾ ਕੇ ਦਰਿਆ ਪਾਰ ਕਰੇ ਸਾਹਿਬਾਂ ਦੇ ਨਾਲ। ਇਹਦਾ ਮਤਲਬ ਇਹ ਨਹੀਂ ਹੈਗਾ ਖਬਰ ਹੋ ਸੀ ਜਦ ਮਾਣਿਆ ਮਿਲਸਣ ਕਿ ਮੈਂ ਨਠਾ ਕੇ ਫਟਾਫਟ ਦਰਿਆ ਤੇ ਪਹੁੰਚਾ ਤੇ ਮੱਲਾਹ ਮੇਰਾ ਇੰਤਜ਼ਾਰ ਕਰਦੇ ਪਏ ਨੇ ਤੇ ਮੈਂ ਫਟਾਫਟ ਉੱਥੇ ਮੈਨੂੰ ਰੋਕਣਗੇ ਵਾਗਾ ਫੜ ਕੇ, ਅਸੀਂ ਫਟਾਫਟ ਲੱਥ ਕੇ ਤੇ ਉਹਤੇ ਕਸ਼ਤੀ ਤੇ ਚੜ ਜਾਾਂਗੇ ਦਰਿਆ ਪਾਰ ਕਰਨ ਵਾਸਤੇ। ਨਹੀਂ, ਇੱਥੇ ਇਹੀ ਹੈ ਉਹ ਕਿ ਉਹ ਵੀ ਆਉਣਗੇ ਜਦ ਉਹਨਾਂ ਨੂੰ ਖਬਰ ਹੋਏਗੀ, ਉਹ ਵੀ ਭੱਜੇ ਆਉਣਗੇ ਔਰ ਵਾਗਾਂ ਜਿਹੜੀਆਂ ਸਾਨੂੰ ਵਾਗਾਂ ਦੇ ਜਿਹੜੀਆਂ ਅਸੀਂ ਵਾਗਾਂ ਛੱਡ ਕੇ ਜਾ ਰਹੇ ਹਾਂ, ਉਹ ਸਾਨੂੰ ਆ ਕੇ ਇੱਥੇ ਹੀ ਮਿਲਣਗੇ, ਐਸੀ ਸਪੀਡ ਤੇ ਆ ਕੇ ਮਿਲਣਗੇ ਜਿਸ ਸਪੀਡ ਤੇ ਮੈਂ ਜਾ ਰਿਹਾ ਹਾਂ। ਮਾਣਿਆਂ ਦਾ ਉਹਨਾਂ ਨੇ ਕਿਉਂ ਲਫ਼ਜ਼ ਦਿੱਤਾ ਮੱਲਾਹਾਂ ਦਾ? ਕੋਈ ਮਾਣੇ ਝੰਗ ਸਿਆਲ ਦੇ ਲੋਕਾਂ ਨੂੰ ਮਾਣੇ ਵੀ ਕਹਿੰਦੇ ਨੇ। ਅੱਛਾ, ਮਾਣੇ ਕਿਹਾ, ਅੱਛਾ, ਇਹਦਾ ਮਤਲਬ ਮੱਲਾਹ ਨਹੀਂ ਹੈ। ਹਾਂ, ਮਾਣੇ ਜਿਹੜੀ ਹੈ ਇੱਕ ਤੇ ਹੈਗੀ ਨਾ ਸਿਆਲ ਹੈ, ਸਾਹਿਬਾਂ ਸਿਆਲ ਹੈ, ਇਹ ਸਭ ਕਾਸਟ ਹੈ। ਅੱਗੇ ਉਹਦੀ ਸਿਆਲਾਂ ਦੇ ਅੱਗੇ ਸਬ ਕਾਸਟ ਹੈ। ਮਾਣੀ ਨੇ, ਉਹਦਾ ਜਿਹੜਾ ਪਿਓ ਹੈ ਉਹਦੇ ਨਾਲ ਮਾਣੀ ਲੱਗਦਾ, ਉਹਦੇ ਭਰਾਵਾਂ ਨਾਲ ਵੀ ਮਾਣੀ ਲੱਗਦਾ ਹੈ। ਜੱਟਾਂ ਦੀ ਇੱਕ ਸਭ ਜਿਹੜੀ ਗੋਤ ਕਹਿ ਲਓ ਤੁਸੀਂ। ਇਹ ਉਹਦੇ ਆਪਣੇ ਟੱਬਰ ਦੀ ਗੱਲ ਕਰ ਰਹੀ ਕਿ ਮੇਰਾ ਟੱਬਰ ਜਿਹੜਾ ਹੈਗਾ, ਮੇਰੇ ਭਰਾ ਜਿਹੜੇ ਨੇ ਉਹ ਆਣਗੇ। ਮੈਂ ਮਲਾਵਾ ਨਹੀਂ ਕਰਦਾ, तो ਮਾਣੇ ਦਾ ਮਤਲਬ ਮਲਾਵਾ ਨਹੀਂ। ਠੀਕ। ਇਹਨਾਂ ਦਾ ਸਰ ਜੀ ਜਿਹੜਾ ਜ਼ੁਬੈਰ ਸਰ, ਜਿਹੜਾ ਇਹਨਾਂ ਦਾ ਹੈਗਾ ਨਹੀਂ ਕਿ ਵੀ ਇਹਨਾਂ ਦੀ ਵੀ ਜਿਹੜੀ ਉਹ ਸੀਗੀ ਦੁਸ਼ਮਣੀ ਫਿਰ 100 ਸਾਲ ਚੱਲਦੀ ਸੀ ਇਸ ਇਨਸੀਡੈਂਟਸ ਤੋਂ ਬਾਅਦ। ਹਾਂ, ਬਾਅਦ ਚ ਚੱਲੀ ਸੀ, ਉਹ ਆਏਗਾ ਕਿਸੇ ਦੇ ਐਂਡ ਤੇ ਆਏਗਾ, ਅਸੀਂ ਪੜਾਂਗੇ। ਬਾਕੀ ਸਹੀਦ ਸਾਹਿਬ ਇੱਥੇ ਦਰਿਆ ਦੀ ਤਾਂ ਕੋਈ ਗੱਲ ਨਹੀਂ ਆ ਰਹੀ ਫਿਲਹਾਲ ਤੇ। ਸ਼ਾਇਰੀ ਦੇ ਵਿੱਚ ਨਹੀਂ ਆ ਰਿਹਾ ਜ਼ਿਕਰ, ਜਦੋਂ ਆਏਗਾ ਅਸੀਂ ਪਤਾ ਲੱਗ ਜਾਏਗਾ ਸਾਨੂੰ। ਇੱਕ ਮਿੰਟ ਮੈਂ ਹੋਰ ਕਰਨਾ ਸੀ। ਸਾਹਿਬਾਂ ਪਿੱਛੇ ਖੌਫ ਥੀ ਰੋਵੇ ਨੀਰ ਪਲਟ,
ਇਹ ਵੀ ਲਾਈਨ ਮੈਨੂੰ ਬੜੀ ਫੈਸੀਨੇਟ ਕਰ ਰਹੀ ਹੈ ਕਿ ਇੱਕ ਤੇ ਉਹ ਉਹਦੇ ਨਾਲ ਜਾਣ ਨੂੰ ਤੜਫਦੀ ਪਈ ਸੀ, ਤੇ ਹੁਣ ਜੇ ਉਹ ਪਿੱਛੇ ਬਹਿ ਗਈ ਹੈ ਤੇ ਉਹ ਇੱਕ ਖੌਫ 'ਚ ਵੀ ਹੈਗੀ ਹੈ, ਕਨਫਿਊਜ਼ ਹੈ ਕਿ ਮੈਂ ਸਹੀ ਕਰ ਰਹੀ ਹਾਂ ਗਲਤ ਕਰ ਰਹੀ ਹਾਂ, ਖੁਸ਼ ਨਹੀਂ ਹੈਗੀ, ਖੌਫ 'ਚ। ਹਾਂ, ਅਗਲਾ ਬੰਦ ਪੜੋ ਨਾ, ਉਹ ਜ਼ਿਆਦਾ ਗੱਲ ਖੁੱਲੇਗੀ। ਜੀ ਮੇਰਾ ਪੜੋ ਜੀ। ਮੇਰਾ ਖਿਆਲ ਇਹਨੂੰ ਬੰਦ ਨੂੰ ਜੇ ਦੇਖੀਏ ਨਾ, ਬੜਾ ਇੱਕ ਕਿਸਮ ਦਾ ਇਹ ਫਿਲਮੀ ਸੀਨ ਹੀ ਸੀਨ ਹੈ, ਬਿਲਕੁਲ ਐਗਜ਼ੈਕਟਲੀ ਮੂਵੀ ਦੀ ਤਰ੍ਹਾਂ ਇਹ ਸੀਨ ਮਤਲਬ ਲਿਖਿਆ ਉਹਨੇ। ਕਮਾਲ ਕਰਤੀ ਡਿਸਕ੍ਰਿਪਸ਼ਨ ਜੀ। ਅੱਛਾ, ਅਗਲਾ ਪੜ੍ਹਦੇ ਹਾਂ, ਕੋਈ ਗੱਲ ਨਹੀਂ ਕਰਨੀ ਕਿਸੇ ਨੇ ਤਾਂ ਮੈਂ ਫਿਰ। ਹਾਂਜੀ। ਨਾਲ ਨਮਾਸ਼ਾਂ ਢੋਲਕਾਂ ਮਿਰਜ਼ੇ ਘੱਤ ਲਈ ਬੇਲ, ਪੜੇ ਪਿੜਵੱਟੇ ਰਹਿ ਗਏ ਝਾਂਜਰ ਸਣੇ ਹਮੇਲ, ਕੁੱਪੀ ਟੰਗੀ ਰਹਿ ਗਈ ਜਿਸ ਵਿੱਚ ਇਤਰ ਫਲੇਲ, ਥਾਲੀ ਵਟਣਾ ਰਹਿ ਗਿਆ ਬੂਹੇ ਖੀਵੇ ਦੇ ਮੇਲ। ਪੜ੍ਹ ਦਿੰਦੇ ਆ ਜੀ। ਨਾੜ ਨਮਾਸ਼ਾਂ ਧੌਲਕਾਂ ਮਿਰਜ਼ੇ ਕੱਤ ਲਈ ਬੇਲ, ਪੜੇ ਪਿੜ ਵੱਟੇ ਰਹਿ ਗਏ ਝਾਂਜਰ ਸਣੇ ਹਮੇਲ, ਕੁੱਪੀ ਟੰਗੀ ਰਹਿ ਗਈ ਜਿਸ ਵਿੱਚ ਇਤਰ ਫਲੇਲ, ਥਾੜੀ ਵਟਣਾ ਰਹਿ ਗਿਆ ਬੂਹੇ ਖੀਵੇ ਦੇ ਮੇਲ। ਮੈਂ ਪੜ੍ਹ ਦੇਣਾ 118 ਜੀ। ਨਾਲ ਨਮਾਸ਼ਾਂ ਢੋਲਕਾਂ ਮਿਰਜ਼ੇ ਘੱਤ ਲਈ ਬੇਲ, ਕਿਰੇ ਪੜੋਟੇ ਰਹਿ ਗਏ ਝਾਂਝਰ ਸਣੇ ਹਮੇਲ, ਕੁੱਪੀ ਟੰਗੀ ਰਹਿ ਗਈ ਜਿਸ ਵਿੱਚ ਅਤਰ ਫਲੇਲ, ਥਾਲੀ ਵਟਣਾ ਰਹਿ ਗਿਆ ਬੂਏ ਖੀਵੇ ਦੇ ਮੇਲ। ਜ਼ੁਬੈਰ ਸਾਹਿਬ। ਹਾਂਜੀ ਸਰ ਜੀ ਇਹ ਕੀ ਹੈ? ਪੜੇ ਸਾਡੇ ਲਿਖਿਆ ਪੜੇ ਪਿੜ ਵੱਟੇ ਰਹਿ ਗਿਆ ਝਾਂਜਰ ਸਣੇ ਪੇੜੇ ਪੇੜੇ ਪੇੜ ਪੜੋਟੇ। ਪੇੜ ਤੇ ਹਾਂ ਇਹਨੂੰ ਇਹ ਲਾਈਨ ਹੈ ਕਿ ਇਹ ਲਫ਼ਜ਼ ਇਹ ਲਾਈਨ ਹੈ ਕਿ ਫਿਰ ਤੁਸੀਂ ਦੱਸੋ ਜ਼ਰਾ ਪੜ੍ਹ ਕੇ। ਹਾਂ ਉਹ ਹੀ ਕਰ ਲੈਣੇ। ਪੇੜ ਜਿਹੜਾ ਜਿਵੇਂ ਤ੍ਰਿੰਜਨ ਹੈ, ਕੋਈ ਮੈਦਾਨ ਹੈ। ਪਰੋਟੇ ਮੈਨੇ ਕਿਹਾ ਪੌਨੀਆਂ ਰੱਖਣ ਵਾਲੀ ਕਾਨੀਆਂ ਦੀ ਟੋਕਰੀ। ਉਹ ਪੂਰਾ ਅਸੀਂ ਬੰਦ ਪੜਾਂਗੇ ਨਾ, ਕਲੀਅਰ ਹੋ ਜਾਏਗਾ। ਹਾਂਜੀ ਹਾਂਜੀ ਹਾਂਜੀ। ਹਾਂ। ਨਾਲ ਨਮਾਸ਼ਾਂ ਮੈਨੇ ਸ਼ਾਮ, ਧੌਲਕਾਂ ਧੁੰਦਲਾ ਵੇਲਾ ਹੈ ਸ਼ਾਮ ਦਾ, ਮਿਰਜ਼ੇ ਗੱਤ ਲਈ ਬੇਲ, ਬੇਲ ਮੈਨੇ ਉਹਦੀ ਸਵਾਰੀ, ਘੋੜੇ ਦੀ ਕਾਠੀ ਜਿਹੜੀ ਹੈ ਉਹਦੇ ਤੇ ਉਹ ਆਪਣਾ ਫੁੱਲ ਸੈੱਟ ਹੋ ਕੇ ਬੈਠ ਗਿਆ। ਇਹ ਲਾਈਨ ਤੇ ਹੈਗਾ ਮਿਰਜ਼ੇ ਦੇ ਅੱਗੇ ਜਾਣ ਬਾਰੇ, ਬਾਕੀ ਤਿੰਨੇ ਹੀ ਲਾਈਨਾਂ ਪਿੱਛੇ ਹੈ। ਤੁਸੀਂ ਅੱਗੇ ਇੱਕ ਲਾਈਨ ਅਸੀਂ ਪੜ੍ਹ ਕੇ ਆਏ ਹਾਂ, ਸਾਹਿਬਾਂ ਪਿੱਛੇ ਖੌਫ ਥੀ ਰੋਵੇ ਨੀਰ ਪਲਟ। ਉਹ ਮਿਰਜ਼ੇ ਦੇ ਨਾਲ ਬੈਠੀ ਤੇ ਹੋਈ ਹੈ ਸਾਹਿਬਾਂ, ਲੇਕਿਨ ਉਹਦਾ ਮੂੰਹ ਪਿੱਛੇ ਹੱਲ ਹੈ, ਜਾਓ ਅੱਗੇ ਹੱਲ ਰਹੀ ਹੈ। ਇਹਨੂੰ ਤੁਸੀਂ ਜਿਹੜਾ ਨਾ ਸ਼ਾਇਰੀ ਦਾ ਮਜ਼ਾ ਲਵੋ ਤੁਸੀਂ। ਜਾਓ ਅੱਗੇ ਹੱਲ ਰਹੀ ਹੈ, ਮਿਰਜ਼ਾ ਨੂੰ ਅੱਗੇ ਹੱਲ ਲੈ ਕੇ ਜਾ ਰਿਹਾ, ਲੇਕਿਨ ਉਹਦਾ ਮੂੰਹ ਪਿੱਛੇ ਵੱਲ ਹੈ ਸਾਹਿਬਾਂ ਦਾ, ਜੋ ਉਹ ਛੱਡ ਕੇ ਜਾ ਰਹੀ ਹੈ। ਪੀੜੇ ਪਰੋਟੇ ਰਹਿ ਗਏ। ਪਿੜ ਜਿਹੜਾ ਸੀ ਮੈਦਾਨ ਸੀ, ਤ੍ਰਿੰਜਨ ਸੀ, ਜਿੱਥੇ ਉਹਨੇ ਆਪਣਾ ਪੂਰਾ ਬਚਪਨ ਗੁਜ਼ਾਰਿਆ। ਸਹੇਲੀਆਂ, ਉਹਦੀਆਂ ਦੋਸਤੀਆਂ, ਉਹਦੀਆਂ ਯਾਰੀਆਂ ਦੂਜੀਆਂ ਤ੍ਰਿੰਜਨ ਦੇ ਵਿੱਚ, ਪਿੜ ਦੇ ਵਿੱਚ, ਉੱਥੇ ਪੂਣੀਆਂ ਜਿਹੜੀਆਂ ਪਈਆਂ ਰਹਿ ਗਈਆਂ ਨੇ। ਤੁਸੀਂ ਇਹਨੂੰ ਇਮੈਜਿਨ ਕਰੋ, ਇੱਕ ਪੇਂਟਿੰਗ ਹੈਗੀ, ਜਿਸ ਤਰ੍ਹਾਂ ਉਹ ਕਹਿ ਰਹੇ ਸੀ ਨਾ ਅਮਰਜੀਤ ਕੇ ਇੱਕ ਫਿਲਮ ਹੈ। ਇਹ ਬੰਦ ਨੂੰ ਤੁਸੀਂ ਇਮੈਜਿਨ ਕਰੋ ਕਿ ਜਿਵੇਂ ਕੋਈ ਪਿਕਾਸੋ ਦੀ ਪੇਂਟਿੰਗ ਹੈ, ਤੇ ਉੱਥੇ ਜਿਹੜੇ ਹੈਗੇ ਪਿੜ ਦੇ ਵਿੱਚ ਪੂਣੀਆਂ ਜਿਹੜੀਆਂ ਟੋਕਰੀ ਪਈ ਹੈ, ਉਹ 'ਚ ਪੂਣੀਆਂ, ਝਾਂਜਰ ਸਣੇ ਹਮੇਲ। ਝਾਂਜਰ ਜਿਹੜੀ ਹੈ ਗਲ ਵਿੱਚ ਪਾਉਣ ਵਾਲਾ ਕੋਈ ਗਹਿਣਾ ਹੈ, ਉਹ ਵੀ ਉੱਥੇ ਪਿਆ ਹੈ। ਕੁੱਪੀ ਟੰਗੀ ਰਹਿ ਗਈ ਜਿਸ ਵਿੱਚ ਅਤਰ ਫੁਲੇਲ, ਕਿਤੇ ਉਹਨੇ ਕੁੱਪੀ ਰੱਖੀ ਸੀ ਅਤਰ ਫੁਲੇਲ ਦੀ, ਉਹ ਉੱਥੇ ਹੀ ਟੰਗੀ ਪਈ ਹੈ। ਤੁਸੀਂ ਦੇਖੋ ਕਿਆ ਇਮੇਜ ਕਿੰਨਾ ਖੂਬਸੂਰਤ ਹੈ। ਕੁੱਪੀ ਜਿਹੜੀ ਹੈ ਕਿੰਨਾ ਲਾਈਵ ਇਮੇਜ ਹੈਗਾ। ਉਹ ਫੁਲੇਲ ਵਾਲੀ ਜਿਹੜੀ ਫੁੱਲਾਂ 'ਚੋਂ ਤੇਲ ਕੱਢ ਕੇ ਜਿਹੜਾ ਬਣਾਈ ਜਾਂਦੀ ਸੀ ਕੁੱਪੀ ਸ਼ੀਸ਼ੇ ਦੀ। ਥਾਲੀ ਵਟਣਾ ਰਹਿ ਗਿਆ ਥਾ, ਵਟਣਾ ਜਿਹੜਾ ਵੇਸਣ ਜਾਂ ਹਲਦੀ ਆਟਾ ਰਲਾ ਕੇ ਬਣਾਇਆ ਜਾਂਦਾ ਵੋਟੀ ਤੇ ਲਾੜੇ ਲਈ ਵਿਆਹ ਸ਼ਾਦੀ ਦੇ ਉੱਤੇ, ਉੱਥੇ ਥਾਲੀ ਦੇ ਵਿੱਚ ਵਟਣਾ ਉਂਝ ਹੀ ਪਿਆ ਰਹਿ ਗਿਆ। ਬੂਵੇ ਖੇਵੇ ਦੇ ਮੇਲ, ਖੇਵਾ ਜਿਹੜਾ ਉਹ ਜਗ੍ਹਾ ਥਾਂ ਹੈ ਸਾਹਿਬਾਂ ਦੀ, ਔਰ ਉੱਥੇ ਜਿਹੜਾ ਮੇਲ ਹੈ ਸ਼ਾਦੀ ਦੇ, ਮੇਲ ਦਾ ਮਤਲਬ ਹੈ ਸ਼ਾਦੀ ਲਈ ਜਿਹੜਾ ਮੇਲ ਟੁਕਣਾ ਹੈ,
ਜਿਹੜਾ ਲੋਕਾਂ ਨੇ ਇਕੱਠੇ ਹੋਣਾ ਹੈ, ਜਿਹੜੇ ਪ੍ਰਾਹੁਣਿਆਂ ਨੇ ਆਣਾ ਹੈ। ਮੇਲ ਮਿਲਾਪ ਨਹੀਂ ਥਾਲੀ ਮੇਲ ਹੁੰਦਾ ਜਿੱਦਾਂ ਸਰ ਜੀ ਕਹਿ ਰਹੇ ਨੇ, ਜਿਹੜੇ ਲੋਕ ਆਉਂਦੇ ਨੇ, ਗੈਸਟ ਜਿਹੜੇ ਆਏ ਹੁੰਦੇ ਨੇ, ਨਾਨਕਾ ਮੇਲ, ਦਾਦਕਾ ਮੇਲ, ਜਿਹੜੇ ਸਾਰੇ ਇਕੱਠੇ ਹੋ ਕੇ ਆਉਂਦੇ ਨੇ, ਉਹ ਮੇਲ ਬਿਲਕੁਲ ਹੁੰਦਾ। ਸਹੀ ਕਹਿ ਰਹੇ, ਬਿਲਕੁਲ ਸਹੀ ਕਹਿ ਰਹੇ ਹੋ। ਤੁਸੀਂ ਉਹ ਜਿਹੜਾ ਪੜ੍ਹ ਕਿਹੜਾ ਰਹੇ ਮੇਲ ਹੋ ਹੈ ਬਨ ਜ਼ੁਬੈਰ ਸਾਹਿਬ, ਕਿਹੜਾ ਬਨ ਪੜ੍ਹ ਰਹੇ ਹੋ ਅਸੀਂ ਨੰਬਰ 118। ਸਰ ਜੀ ਝਾਂਜਰ ਹੁੰਦੀ ਪਾਇਲ ਪੈਰ ਚ ਪਾਉਣ ਵਾਲੀ। ਹਾਂਜੀ, ਉਹ ਮੈਂ ਤੇ ਕਿਤਾਬ ਤੇ ਮਤਲਬ ਪੜ੍ਹਨਾ ਵਾ, ਤੁਸੀਂ ਸਹੀ ਦੱਸਦੇ ਹੋ ਤੁਸੀਂ ਹਾਂਜੀ, ਉਹੀ। ਝਾਂਜਰ ਤੇ ਹਮੇਲ, ਗੱਲ ਦਾ ਜਿਹੜਾ ਹਾਰ ਹੈ ਹਮੇਲ। ਹਾਂ, ਇਹਨਾਂ ਨੇ ਇਹੀ ਲਿਖਿਆ ਦੋਵੇਂ ਜਗ੍ਹਾ ਤੇ, ਹਮੇਲ ਜਿਹੜਾ ਝਾਂਜਰ। ਹਾਂ, ਹਮੇਲ ਗਾਨੀ ਆ, ਤੇ ਜਿਹੜਾ ਝਾਂਜਰ ਹੈ ਉਹ ਪੈਰਾਂ ਚ ਪਾਉਣ ਵਾਲੀ ਪਾਇਲ। ਹਾਂ, ਪੈਰਾਂ ਪਾਉਣ ਵਾਲਾ ਜ਼ੇਬਰ ਹੈ, ਪਾਜ਼ੇਬ ਵੀ ਕਹਿੰਦੇ ਨੇ ਝਾਂਜਰ ਨੂੰ। ਬਿਲਕੁਲ ਬਿਲਕੁਲ ਐਗਜ਼ੈਕਟਲੀ। ਤੇ ਹਮੇਲ ਜਿਹੜਾ ਉਹ ਗਲੇ ਦਾ ਇੱਕ ਜ਼ੇਵਰ ਹੈ। ਹਾਂਜੀ। ਕੁੱਪੀ ਜਿਹੜੀ ਹੈ ਛੋਟਾ ਕੁੱਪਾ ਹੈ, ਚਮੜੇ ਜਾਂ ਲੋਹੇ ਦਾ ਬਣਿਆ ਜਾਂ ਤੇਲ ਰੱਖਣ ਵਾਲਾ ਭਾਂਡਾ। ਫੁਲੇਲ ਫੁੱਲਾਂ ਦਾ ਤੇਲਦਾਰ ਖੁਸ਼ਬੂ। ਥਾਲੀ ਛੋਟਾ ਥਾਲ ਹੈਗਾ। ਵਟਣਾ ਵੇਸਣ ਤੇ ਤੇਲ ਹਲਦੀ ਨਾਲ ਮਿਲਾ ਕੇ ਮਸਾਲਾ ਜਿਹੜਾ ਕੁੜੀ ਮੁੰਡੇ ਨੂੰ ਵਿਆਹ ਤੋਂ ਪਹਿਲੇ ਮਲਿਆ ਜਾਂਦਾ ਹੈ। ਮਾਇਓ ਜਿਹੜਾ ਕਹਿੰਦੇ ਮਾਇਓ ਪਾਣਾ, ਉਹ ਜਦੋਂ ਹਾਂ, ਮੇਲ ਹੈ ਵਿਆਹ ਸ਼ਾਦੀ ਦੇ ਮੌਕੇ ਤੇ ਇਕੱਠੇ ਲੋਕ ਪ੍ਰਾਹੁਣੇ ਇਕੱਠ। ਮੇਲ ਸਾਡੇ ਇੱਥੇ ਬਾਹਰ ਦੇ ਵਿੱਚ ਜਿਹੜਾ ਇਲਾਕਾ ਸਾਡਾ ਸਰਗੋਦਾ ਜਾਂ ਕਹਿ ਲਓ, ਜੋ ਵੀ ਮੇਲ ਟੁਕਿਆ ਹੈ, ਇਹ ਲਫ਼ਜ਼ ਸ਼ਾਇਦ ਕਿਸੇ ਨੇ ਸੁਣਿਆ ਹੋਵੇ ਕਿ ਮੇਲ ਟੁਕਿਆ ਹੈ, ਯਾਨੀ ਕਿ ਲੋਕ ਆਏ ਹੋਏ ਨੇ, ਲੋਕ ਆਏ ਹੋਏ ਨੇ। ਸਹੀ ਕਹਿ ਰਹੇ, ਏਦਾਂ ਹੀ ਕਹਿੰਦੇ ਨੇ ਮੇਲ ਟੁਕਿਆ। ਹੈ ਸਪੈਸੀਫਿਕ ਨਹੀਂ ਗਾ ਨਾਨਕੇ ਦਾਦਕੇ ਵਾਸਤੇ ਸਵਾਲ ਹੈ ਸੀ ਮੇਰਾ। ਹਾਂਜੀ, ਉਹ ਸਰ ਜੀ ਉਹ ਮਿਸਰਾ ਵੀ ਹੈ ਨਾ, ਜਿਹੜੇ ਉਹ ਮਿਸਰਾ ਵੀ ਹੈ ਨਾ, ਜਿਹੜੇ ਆਏ ਮੇਲ ਮੁਹੰਮਦ ਉਹੀ ਆਏ ਮਕਾਨੀ। ਜਿਹੜੇ ਆਏ ਮੇਲ ਮੁਹੰਮਦ ਉਹੀ ਆਏ ਮਕਾਨੀ। ਜਿਹੜੇ ਵਿਆਹ ਤੇ ਆਏ ਸਨ ਉਹੀ ਮਕਾਨਾਂ ਤੇ ਵੀ ਆਉਂਦੇ ਆ, ਉਹੀ ਮੇਲ। ਉਹੀ ਸੋਗ ਤੇ ਆਇਆ। ਠੀਕ ਹੈ, ਉਹੀ। ਹਾਂ, ਮੇਲ ਜਿਹੜਾ ਮੇਲ ਲਫ਼ਜ਼ ਲੱਗਦਾ ਜਿਵੇਂ ਕੋਈ ਸਿੰਗੂਲਰ ਹੈ, ਲੇਕਿਨ ਸਿੰਗੂਲਰ ਨਹੀਂ ਹੈ, ਕੋਲੈਕਟਿਵ ਹੈ। ਹਾਂ, ਲਫ਼ਜ਼ ਜਿਹੜਾ ਸਾਂਝਾ ਹੈ। ਮੇਲ, ਲੋਕਾਂ ਦਾ ਮੇਲ, ਇਸ ਤਰ੍ਹਾਂ ਮਿਲਣਾ ਵੀ ਇਹਦੇ ਵਿੱਚ ਹੀ ਹੈ। ਪਤਾ ਨਹੀਂ ਤੁਹਾਨੂੰ ਜ਼ੁਬੈਰ ਸਾਹਿਬ, ਉਦਾਂ ਹੀ ਜਸਟ ਸਾਈਡ ਤੇ ਜਿਹੜੀ ਹੈਗੀ, ਜਿੱਦਾਂ ਸਾਈਦ ਸਾਹਿਬ ਕਹਿੰਦੇ ਸੀ ਨਾ, ਨਾਨਕਾ ਦਾਦਕਾ ਨਹੀਂ, ਪਰ ਜਿਸ ਤਰ੍ਹਾਂ ਵਿਆਹਾਂ ਸ਼ਾਦੀਆਂ ਚ ਹੁੰਦਾ ਹੈ ਕਿ ਜਦ ਨਾਨਕਾ ਮੇਲ ਆਉਂਦਾ, ਉਹ ਇਕੱਠੇ ਹੋ ਕੇ ਆਉਂਦੇ ਆ। ਪੁਰਾਣੇ ਜ਼ਮਾਨਿਆਂ ਦੇ ਵਿੱਚ ਉਹ ਗਾਣਾ ਗਾਉਂਦੇ ਆ, ਤੇ ਜਿਹੜੇ ਘਰ ਵਾਲੇ ਹੁੰਦੇ ਉਹ ਤੇਲ ਚੋ ਕੇ ਉਹਨਾਂ ਨੂੰ ਅੰਦਰ ਲੈ ਕੇ ਆਉਂਦੇ ਨੇ, ਉਸ ਲਾਈਕ ਸੈਰੇਮਨੀ। ਫਿਰ ਦਾਦਕਾ ਮੇਲ ਏਦਾਂ ਹੀ ਆਉਂਦਾ, ਇੱਕ ਆਪਣਾ ਇਕੱਠਾ ਹੋ ਕੇ, ਤੇ ਫਿਰ ਉਹਨਾਂ ਨੂੰ ਵੀ ਏਦਾਂ ਤੇਲ ਚੋ ਕੇ ਅੰਦਰ ਕਰਕੇ ਤੇ ਨੱਚਦੇ ਗਾਉਂਦੇ, ਫਿਰ ਉਹ ਇਹਨਾਂ ਨੂੰ ਗਾ ਕੇ ਕੋਈ ਗੱਲਾਂ ਕਰਦੇ ਨੇ, ਉਹਨਾਂ ਨੂੰ ਗਾ ਕੇ। ਸੋ ਏਦਾਂ ਨਾਨਕਾ ਦਾਦਕਾ ਮੇਲ ਐ ਕਹੀਦਾ ਹੁੰਦਾ ਸੀ ਕਿ ਨਾਨਕਾ ਮੇਲ ਆ ਗਿਆ। ਉਹ ਇਕੱਠੇ ਹੋ ਕੇ ਆਉਂਦੇ ਸੀ। ਉਹ ਆਪਣੇ ਜਿਹੜੇ ਗਿਫਟਸ, ਨਾਨਕੇ ਜੇ ਗਿਫਟ ਜਿਹੜੇ ਲੈ ਕੇ ਆਉਂਦੇ ਸੀ, ਉਹ ਇਕੱਠੇ ਉਹ ਲੈ ਕੇ ਉਹਨਾਂ ਨੂੰ, ਫਿਰ ਇਟ ਵਾਜ਼ ਅ ਸੈਰੇਮਨੀ। ਇਹ ਮੁੰਡੇ ਦੇ ਜਿੰਨੇ ਮਿਲਣ ਵਾਲੇ ਹੁੰਦੇ ਸਨ ਨਾ, ਮੁੰਡੇ ਵਾਲੇ ਉਹਦੀ ਬਰਾਤ ਲੈ ਕੇ ਆਉਂਦੇ ਸਨ, ਤੇ ਜਿਨ੍ਹਾਂ ਨੇ ਉਹਨਾਂ ਨੂੰ ਬਰਾਤ ਨੂੰ ਰਿਸੀਵ ਕਰਨਾ ਹੁੰਦਾ ਸੀ ਨਾ, ਉਹ ਮੇਲ ਪਹਿਲੇ ਹਫਤਾ ਇਕੱਠਾ ਹੋ ਜਾਂਦਾ ਸੀ। ਉਹਦੇ ਜਿਹੜੇ ਕੁੜੀ ਦੇ ਰਿਸ਼ਤੇਦਾਰ ਹੁੰਦੇ ਸਨ ਉਹ ਸਾਰੇ ਆ ਜਾਂਦੇ ਸਨ ਘਰ ਵਿੱਚ। ਜੋ ਕੋਈ ਕੁੜੀ ਵਾਲਾ ਉਹਦਾ ਨਾਨਕਾ ਮੇਲ ਆ ਰਿਹਾ, ਕੋਈ ਦਾਦਕਾ ਮੇਲ ਆ ਰਿਹਾ, ਉਹ ਫਿਰ ਉਹ ਮੇਲ ਜਿਹੜਾ ਘਰਾਂ 'ਚ ਰਹਿੰਦਾ ਹੁੰਦਾ ਸੀ ਨਾ, ਜਿਹਨੇ ਫਿਰ ਬਰਾਤ ਨੂੰ ਰਿਸੀਵ ਕਰਨਾ ਹੁੰਦਾ ਸੀ ਬਰਾਤ ਵਾਲੇ ਦਿਨ, ਉਹ ਖਾਤਰ ਕਰਦੇ ਸੀ ਨਾ ਬਰਾਤ ਦੀ। ਇਹ ਫਿਰ ਹੋਸਟ ਹੋ ਜਾਂਦੇ ਸੀ ਨਾ ਸਾਰੇ, ਜਿਹੜੇ ਕੁੜੀ ਦੇ ਘਰ ਵਾਲੇ ਹੁੰਦੇ ਸੀ, ਫਿਰ ਉਹ ਬਰਾਤ ਨੂੰ ਇਹ ਫਿਰ ਹੋਸਟ ਕਰਦੇ ਸੀ, ਉਹਨਾਂ ਦੀ ਖਾਤਰਾਂ ਕਰਦੇ ਸੀ। ਬਿਲਕੁਲ ਬਿਲਕੁਲ। ਬੜੀ ਪਿਕਚਰੈਸਕ ਡਿਸਕ੍ਰਿਪਸ਼ਨ ਹੈ ਡਾਕਟਰ ਜ਼ੁਬੈਰ ਸਾਹਿਬ। ਖਾਲੀ ਵਟਣਾ ਰਹਿ ਗਿਆ ਬੋਲ। ਹਾਂ, ਮੈਂ ਵੈਸੇ ਮੇਰੀ ਤੁਹਾਨੂੰ ਦਰਖਾਸਤ ਹੈ, ਬੇਨਤੀ ਹੈ ਕਿ ਇਸ ਬੰਦ ਨੂੰ ਨਾ ਸਿਰਫ ਇਹਦੀ ਪੋਇਟਰੀ ਨੂੰ ਤੁਸੀਂ ਵਿਜ਼ੂਅਲੀ ਇੰਜੋਏ ਕਰੋ। ਇਹ ਕੋਈ ਗੱਲ ਐਕਸਪਲੇਨ ਕਰਨ ਵਾਲੀ ਨਹੀਂ ਹੈਗੀ ਖਾਸ। ਦੇਖੋ ਉੱਤੇ ਪਹਿਲੇ ਦੇ ਕਲਰ ਉਹਨੇ ਬਣਾਇਆ, ਨਾਲ ਨਮਾਸ਼ਾਂ ਧੂਲਕਾਂ, ਧੁੰਦਲੀ ਜਿਹੀ ਉਹਨੇ ਤਸਵੀਰ ਬਣਾਈ ਹੈ। ਤੁਸੀਂ ਮੈਂ ਕਹਿੰਦਾ ਕਮਾਲ ਹੈਗਾ। ਨਮਾਸ਼ਾਂ ਔਰ ਸ਼ਾਮ ਦਾ ਜਿਹੜਾ ਧੁੰਦਲਕਾ ਹੈ ਉਹਦੇ ਵਿੱਚ ਉਹਨੇ ਬਣਾਈ, ਔਰ ਮਿਰਜ਼ੇ ਨੇ ਘੋੜੀ ਕੱਢੀ ਹੈ ਆਪਣੇ, ਔਰ ਪਿੱਛੇ ਇਹ ਤਸਵੀਰਾਂ ਹੈਗੀਆਂ। ਇਹ ਪੜੋਟੇ ਦੇ ਵਿੱਚ ਰਹਿ ਗਏ ਨੇ, ਪੌਣੀਆਂ ਰਹਿ ਗਈਆਂ ਨੇ, ਝਾਂਜਰ ਔਰ ਹਮੇਲ, ਕੁੱਪੀ, ਅਤਰ ਫੁਲੇਰ, ਥਾਲੀ ਵਟਣਾ ਰਹਿ ਗਿਆ, ਬੂਹੇ ਖੇਵੇ ਦੇ ਮੇਲ। ਉਹ ਜਿਹੜੀ ਜੰਝ ਆਈ ਸੀ ਉਹ ਵੀ ਰਹਿ ਗਈ ਪਿੱਛੇ। ਉਹ ਮੇਲ ਮਿਲਾਪ ਕੋਈ ਨਹੀਂ ਹੋਇਆ। ਹਾਂ,
ਨਹੀਂ ਅੱਜ ਥੋੜਾ ਇਮੇਜਰੀ ਬੜੀ ਖੂਬਸੂਰਤ ਹੈ। ਤੁਸੀਂ ਵਾਹ ਦੇਖੋ ਉਹ ਜੰਜ ਖਲੋਤੀ ਹੈ ਤੇ ਮਿਰਜ਼ਾ ਜਾ ਰਹੀ ਸਾਹਿਬਾਂ ਜਾ ਰਹੀ ਹੈ ਘੋੜੇ ਤੇ ਬੈਠ ਕੇ। ਰਿਸੀਵ ਕਰਨਾ ਨਹੀਂ। ਥੋੜਾ ਜਿਹਾ ਇਹਨੂੰ ਇਸ ਤਰ੍ਹਾਂ ਵੀ ਦੇਖ ਸਕਦੇ ਹਾਂ ਕਿ ਦੇਖੋ ਇਹਦੇ ਚ ਗਹਿਣੇ ਨੇ ਜਿਹੜੇ ਕਿ ਸਾਹਿਬਾਂ, ਝਾਂਜਰ ਤੇ ਗਲ ਦਾ ਹਾਰ। ਝਾਂਜਰ ਇੱਕ ਸਮਾਜ ਦੀ ਬੰਦਿਸ਼ ਹੀ ਕਹਿ ਸਕਦੇ ਹਾਂ ਜਿਹੜੀ ਕਿ ਜਨਾਨੀ ਨੂੰ ਝਾਂਜਰ ਦੀ ਪਾਉਣੀ ਔਰ ਹਾਰ ਪਾਉਣਾ, ਇਹ ਸਾਰੇ ਸਮਾਜ ਦੇ ਬੰਦਿਸ਼ਾਂ ਨੂੰ ਛੱਡ ਕੇ, ਗਹਿਣਿਆਂ ਨੂੰ ਛੱਡ ਕੇ ਸਾਹਿਬਾਂ ਨਿਕਲ ਕੇ ਜਾ ਰਹੀ ਆ, ਮਤਲਬ ਤੋੜ ਕੇ ਜਾ ਰਹੀ ਹੈ। ਇਸ ਤਰ੍ਹਾਂ ਵੀ ਥੋੜਾ ਦੇਖ ਸਕਦੇ ਹਾਂ। ਹਾਂ ਬਸ ਜਿਹੜੀਆਂ ਚੀਜ਼ਾਂ ਪਿੱਛੇ ਰਹਿ ਗਈਆਂ ਉਹਨਾਂ ਦਾ ਜ਼ਿਕਰ ਕਰ ਰਿਹਾ ਉਹ, ਔਰ ਉਹ ਪਿੱਛੇ ਹੀ ਵੇਖ ਰਹੀ ਹੈ। ਇਹ ਜਿਹੜੀਆਂ ਤਸਵੀਰਾਂ ਅਸੀਂ ਵੇਖ ਰਹੇ ਹਾਂ ਉਹ ਐਕਚੁਅਲੀ ਸਾਹਿਬਾਂ ਦੀ ਅੱਖ ਰਾਹੀਂ ਸ਼ਾਇਰ ਵਿਖਾ ਰਿਹਾ। ਜ਼ੁਬੈਰ ਸਾਹਿਬ ਇੱਕ ਗੱਲ ਪੁੱਛਣੀ ਸੀ। ਜ਼ੁਬੈਰ ਸਾਹਿਬ ਇਹ ਨਮਾਸ਼ਾ ਨਾ ਇਹ ਸ਼ਰਮਿੰਦਗੀ ਔਰ ਰਿਗਰੈਟ ਦੇ ਮਾਇਨਿਆਂ ਚ ਵੀ ਨਹੀਂ ਆਉਂਦਾ, ਸ਼ਾਮਾਂ ਦੇ ਮਾਇਨਿਆਂ ਚ ਆਉਂਦਾ, ਲੇਕਿਨ ਉਹ ਨਮੋਸ਼ੀ ਹੁੰਦਾ, ਉਹ ਨਮੋਸ਼ੀ ਹੁੰਦਾ। ਅੱਛਾ ਠੀਕ ਪੋਠੋਹਾਰ ਚ ਕਦੀ ਨਮਾਸ਼ਾ ਵੇਲੇ ਬਹਿ ਕੇ ਤੈਨੂੰ ਯਾਦ ਕਰਾਂ, ਬੜਾ ਮਸ਼ਹੂਰ ਲੋਕ ਗੀਤ ਹੈਗਾ। ਠੀਕ, ਸ਼ਾਮਾਂ ਦਾ ਧੁੰਦਲਕਾ। ਮੈਂ ਇਹ ਕਹਿਣਾ ਚਾਹੁੰਦੀ ਸੀ ਕਿ ਜਿੰਨਾ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਕਿ ਉਹ ਇੰਨਾ ਅੱਛਾ ਇੱਕ ਇਮੇਜਨਰੀ ਜਿਹੜੀ ਬਣ ਰਹੀ ਆ, ਉਹਨਾਂ ਦਾ ਇੱਕ ਵਿਊ ਬਣ ਰਿਹਾ ਹੈ, ਸਾਰਾ ਕੁਝ ਦਰਸਾ ਰਿਹਾ ਹੈ। ਇਹ ਤੁਸੀਂ ਕਿਸੇ ਘੜੇ ਚੋਂ ਬੋਲ ਰਹੇ ਹੋ? ਆਵਾਜ਼ ਨਹੀਂ ਤੁਹਾਡੀ ਆਉਂਦੀ ਪਈ। ਆਵਾਜ਼ ਤੁਹਾਡੀ ਸਾਫ਼ ਨਹੀਂ ਆ ਰਹੀ, ਜਰਾ ਮਾਈਕ ਦੇ ਕੋਲ ਕਰਕੇ ਬੋਲੋ। ਉਹਦੇ ਸ਼ਾਇਰ ਦੀ ਦਿਖਾਣ ਦੀ ਕੋਈ ਵਜ੍ਹਾ ਹੈ, ਉਹ ਬਿਨਾਂ ਵਜ੍ਹਾ ਤੋਂ ਨਹੀਂ। ਸਾਰਾ ਇਹ ਜਿਹੜਾ ਦ੍ਰਿਸ਼ ਕਹਿ ਰਹੇ ਹੋ ਨਾ ਤੁਸੀਂ ਕਿ ਬਹੁਤ ਅੱਛਾ ਹੈ, ਉਹਦੀ ਸ਼ਾਇਰੀ ਹੈ, ਸਾਰਾ ਕੁਝ ਹੈ, ਉਹਦੇ ਦਿਖਾਉਣ ਦੀ ਵਜ੍ਹਾ ਹੈ। ਉਹ ਬਿਨਾਂ ਵਜ੍ਹਾ ਤੋਂ ਨਹੀਂ ਦਿਖਾ ਰਿਹਾ। ਅਗਰ ਉਹ ਪਿੱਛੇ ਵੀ ਦੇਖ ਰਹੀ ਹੈ, ਉਹ ਬਿਨਾਂ ਵਜ੍ਹਾ ਤੋਂ ਨਹੀਂ ਦੇਖ ਰਹੀ। ਉਹਦੀ ਵਜ੍ਹਾ ਮੈਂ ਦੱਸ ਦੇਣਾ ਵਾ, ਲੇਕਿਨ ਮਜ਼ਾ ਆਏਗਾ ਜਦੋਂ ਅਸੀਂ ਉਸ ਜਗ੍ਹਾ ਤੇ ਪਹੁੰਚੀਏ ਜਿੱਥੇ ਇਹ ਸ਼ਾਇਰ ਆਪੇ ਹੀ ਇਹ ਗੱਲ ਖੋਲੇਗਾ। ਉਹਦੀ ਵਜ੍ਹਾ ਹੈਗੀ ਹੈ, ਬਿਲਕੁਲ ਤੁਸੀਂ ਸਹੀ ਕਹਿ ਰਹੇ। ਇਹ ਜਿੱਦਾਂ ਅਮਰ ਨੇ ਵੀ ਆਖਿਆ ਨਾ, that makes a lot of sense ਕਿ ਵੀ ਉਹ ਜੋ ਸੁਸਾਇਟੀ ਦੀਆਂ ਬੰਦਿਸ਼ਾਂ ਨੇ ਉਹਦੇ ਉੱਤੇ, ਜਿਹੜੇ ਉਹਦੇ ਹੈਗੇ ਨੇ, ਉਹਨਾਂ ਨੂੰ ਤੋੜ ਛੱਡ ਕੇ ਜਾ ਰਹੀ ਹੈ। ਇਟਸ ਅ ਬਿਗ ਸਟੈਪ ਫॉर ਹਰ। ਡਰਦੀ ਜਾ ਰਹੀ ਹੈ ਪਰ ਸੁਸਾਇਟੀ ਦੇ ਨੋਰਮਸ ਨੂੰ ਤੋੜ ਕੇ ਜਾ ਰਹੀ। ਹਾਂ, ਲੇਕਿਨ ਇੱਕ ਇੰਟਰਪ੍ਰੀਟੇਸ਼ਨ ਹੈ ਕੀਤੀ ਗਈ ਹੈ, ਇਹ ਜਿਹੜੀ ਚੀਜ਼ਾਂ ਦਾ ਜ਼ਿਕਰ ਆ ਰਿਹਾ, ਜਿਹੜਾ ਪਿੱਛੇ ਉਹ ਦੇਖ ਰਹੀ ਹੈ, ਜਿਹੜੇ ਸਾਡੇ ਕ੍ਰਿਟਿਕਸ ਨੇ ਉਹਨਾਂ ਇੱਕ ਨੇ ਇੰਟਰਪ੍ਰੀਟੇਸ਼ਨ ਇਹ ਕੀਤੀ ਹੈ ਕਿ ਸਾਹਿਬਾਂ ਜਿਹੜੀ ਹੈ ਉਹ ਇੱਕ ਮਾਡਰਨ ਕਰੈਕਟਰ ਹੈ, ਨਵਾਂ ਕਰੈਕਟਰ ਹੈ ਅੱਜ ਦੇ ਵੇਲੇ ਦਾ, ਔਰ ਉਹ ਇੰਬੀਵੀਲੈਂਟ ਹੈਗੀ ਹੈ। ਐਕਚੁਅਲੀ ਉਹ ਜਾ ਤੇ ਰਹੀ ਹੈ ਮਿਰਜ਼ੇ ਦੇ ਨਾਲ, ਲੇਕਿਨ ਉਹਨੂੰ ਆਪਣੇ ਪਿੱਛੇ ਦਾ ਵੀ ਖਿਆਲ ਹੈ। ਤੇ ਇੱਕ ਧੱਕੋ ਚੱਕੀ ਜਿਹੜਾ ਨਾ, ਇੱਕ ਉਹਦਾ ਕਿ ਮੈਂ ਉਹਦੇ ਨਾਲ ਜਾ ਰਹੀ ਹਾਂ ਤੇ ਮੈਂ ਪਿਛਲਾ ਛੱਡ ਕੇ ਜਾ ਰਹੀ ਹਾਂ, ਪਿਛਲੇ ਦਾ ਵੀ ਖਿਆਲ ਉਹਦੇ ਨਾਲ ਚੱਲ ਰਿਹਾ। ਇਹ ਜਿਹੜੇ ਲੇਜ਼ੀਆ ਜੀ ਕਹਿ ਰਹੇ ਨਾ ਕਿ ਉਹਦੀ ਵਜ੍ਹਾ ਹੈ ਕਿ ਉਹਨੂੰ ਪਿੱਛੇ ਦਾ ਖਿਆਲ ਵੀ ਚੱਲ ਰਿਹਾ ਤੇ ਜਾ ਉਹ ਮਿਰਜ਼ੇ ਨਾਲ ਰਹੀ ਹੈ। ਮਿਰਜ਼ੇ ਨਾਲ ਤੇ ਉਹ ਅਲੋਪ ਹੋ ਕੇ ਜਾ ਰਹੀ ਹੈ, ਨਿਕਲ ਗਈ ਹੈ, ਛੱਡ ਦਿੱਤਾ ਉਹਨੇ। ਬਹੁਤ ਵੱਡਾ ਸਟੈਪ ਲਿਆ ਫਿਊਡਲ ਸਮਾਜ ਦੇ ਵਿੱਚ ਕਿ ਸੇਮ ਇਹਦਾ ਅਗਰ ਕੰਪੈਰੀਜ਼ਨ ਕਰਨਾ ਹੋਵੇ ਨਾ, ਤਾਂ ਜਿਵੇਂ ਅਸੀਂ ਜਿਹੜੀ ਸਿਚੁਏਸ਼ਨ ਦੇ ਵਿੱਚ ਅਸੀਂ ਲੋਕ ਅੱਜ ਬੈਠੇ ਆ, ਇੱਕ ਪੈਰ ਜਿਹੜਾ ਸਾਡਾ ਹੈ ਉਹ ਆਪਣੀ ਕਲਚਰ ਦੇ ਵਿੱਚ ਹੈ, ਔਰ ਇੱਕ ਸਾਡਾ ਵੈਸਟਰਨ ਦੀ ਕਲਚਰ ਦੇ ਵਿੱਚ ਹੈ। ਨਾ ਅਸੀਂ ਅੱਗੇ ਜਾ ਰਹੇ ਹਾਂ ਨਾ ਪਿੱਛੇ ਜਾ ਰਹੇ ਹਾਂ। ਉਹ ਮੈਂਟਲੀ ਤਾਂ ਉਹ ਜਿਹੜੀ ਹੈ ਕਿ ਉਹ ਪ੍ਰੈਜ਼ੈਂਟ ਦੇ ਵਿੱਚ ਉਹ ਫਿਜ਼ੀਕਲੀ ਉਹਦੇ ਨਾਲ ਬੈਠੀ ਹੈ, ਠੀਕ ਹੈ, ਬਟ ਮੈਂਟਲੀ ਉਹ ਵੀ ਪਿੱਛੇ ਬੈਠੀ ਹੈ। ਉਹ ਜਿਹੜੀ ਇੱਕ ਕਸ਼ਮਕਸ਼ ਹੈ, ਜਿਹਨੂੰ ਅਸੀਂ ਕਹਿ ਸਕਦੇ ਹਾਂ ਇੱਕ ਵਿਡੰਬਨਾ, ਆਇਰਨੀ ਲਾਈਕ ਦੈਟ। ਮੈਂ ਇਸੇ ਕਰਕੇ ਕਹਿ ਰਹੀ ਸੀ ਕਿ ਅਗਰ ਉਹ ਸ਼ਾਇਰ ਸਾਰਾ ਕੁਝ ਦਿਖਾ ਰਿਹਾ ਨਾ, ਉਹ ਸਾਡਾ ਐਂਟਰਟੇਨਮੈਂਟ ਨਹੀਂ ਕਰ ਰਿਹਾ ਇੱਥੇ, ਉਹ ਸਾਨੂੰ ਦਿਖਾ ਰਿਹਾ ਹੈ ਕਿ ਉਹਦਾ ਰੀਜ਼ਨ ਦੱਸੇਗਾ ਅੱਗੇ। ਜਿਵੇਂ ਤੁਸੀਂ ਸਰ ਕਹਿ ਰਹੇ ਹੋ, ਮੈਂ ਵੈਸੇ ਟੈਕਸਟ ਤਾਂ ਨਹੀਂ ਦੇਖੀ, ਪਰ ਮੈਂ ਸੁਣ ਕੇ ਹੀ ਤੁਹਾਨੂੰ ਕਹਿ ਰਹੀ ਹਾਂ ਕਿ ਉਹ ਬਹੁਤ ਜ਼ਿਆਦਾ ਕੋਈ ਅੱਗੇ ਚੱਲ ਕੇ ਉਹ ਵੱਡੀ ਵਜ੍ਹਾ ਦੱਸੇਗਾ। ਉਹ ਜਿੰਨਾ ਇੱਕ ਕਹਿ ਸਕਦੇ ਆ ਕਿ ਇੱਕ ਆਫਟਰ ਮੈਰਿਜ ਜਿੰਨੀ ਜ਼ਿਆਦਾ ਇੱਕ ਰਿਸਪੌਂਸਿਬਿਲਿਟੀ ਜਿਹੜੀ ਹੈ ਉਹ ਇੱਕ ਫੀਮੇਲ ਤੇ ਆ ਰਹੀ ਆ, ਉਹ ਸਾਰੀ ਦਿਖਾ ਰਿਹਾ ਹੈ। ਉਹ ਸ਼ਿੰਗਾਰ ਨਹੀਂ ਹੈ ਅਸਲ ਦੇ ਵਿੱਚ, ਉਹ ਸ਼ਿੰਗਾਰ ਦੇ ਪਿੱਛੇ ਜਿਹੜੀ ਇੱਕ ਇੰਨੀ ਹੈਵੀ ਰਿਸਪੌਂਸਿਬਿਲਿਟੀ ਪਈ ਆ, ਉਹਨੂੰ ਅਗਰ ਅਸੀਂ ਡੀਕੋਡ ਕਰੀਏ ਤਾਂ ਉਹ ਮੈਨੂੰ ਲੱਗਦਾ ਕਿ ਬਹੁਤ ਅੱਛੇ ਢੰਗ ਨਾਲ ਰਿਪਰੈਜ਼ੈਂਟ ਹੋ ਜਾਏਗਾ। ਇਟਸ ਨਾਟ ਜਸਟ ਲਾਈਕ ਐਂਟਰਟੇਨਮੈਂਟ। ਬਿਲਕੁਲ ਸਹੀ ਕਿਹਾ ਲਖਵੀਰ ਜੀ, देयर हैज टू बी समथिंग बिहाइंड दैट। ਉਹ ਸਿਰਫ ਲਫ਼ਜ਼ ਨਹੀਂ ਲਿਖੇ ਹੁੰਦੇ। ਉਹ ਜਿਹੜੀ ਪਿਛਲੀ ਲਾਈਨ ਸੀ ਨਾ, ਸਾਹਿਬਾ ਪਿੱਛੇ ਖੌਫ ਥੀ ਰੋਵੇ ਨੀਲ ਪਲਟ, ਸ਼ੀ ਇਜ਼ ਕਨਫਿਊਜ਼ਡ। ਉਹ ਰੋਡ ਨੋਟ ਟੇਕਨ ਵਾਲੀ ਸਿਚੁਏਸ਼ਨ ਹੈ ਰॉबर्ट फ्रॉस्ट ਵਾਲੀ, ਕਿ ਉਹ ਕਲੈਰਿਟੀ ਆਫ ਮਾਈਂਡ ਨਹੀਂ ਉਹਦੇ ਚ ਕਿ ਵੈਦਰ ਆਈ ਐਮ ਡੂਇੰਗ ਰਾਈਟ ਥਿੰਗ অর ਨੋਟ ਰੋਂਗ ਥਿੰਗ। ਸ਼ੀ ਇਜ਼ ਟੋਰਨ ਅਪਾਰਟ।
ਕਨਫਿਊਜ਼ਨ ਨਹੀਂ ਕਹਿ ਸਕਦੇ ਸਾਈਦ ਸਾਹਿਬ, ਇਟ ਇਜ਼ ਨਾਟ ਅ ਕਨਫਿਊਜ਼ਨ, ਦਿਸ ਇਜ਼ ਇਹ ਵਿਡੰਬਨਾ ਜਿੱਦਾਂ ਉਹ ਕਹਿੰਦੇ ਨੇ ਨਾ ਕਿ ਵੀ ਸ਼ੀ ਇਜ਼ ਬਿਟਵੀਨ ਦ ਟੂ ਵਰਡਸ, ਇਹ ਕਨਫਿਊਜ਼ ਨਹੀਂ ਹੈਗੀ, ਸ਼ੀ ਨੋਜ਼ ਵਾਟ ਸ਼ੀ ਵਾਂਟਸ ਬਟ No, ਸ਼ੀ no. ਇਜ਼ ਹੇਅਰ। Clarity of ਕਲੀਅਰ mind. ਆ, ਉਹ ਕਲੀਅਰ ਆ ਬਿਲਕੁਲ, ਅਗਰ ਉਹ ਛੱਡ ਕੇ ਜਾ ਰਹੀ ਹੋ ਫਿਰ ਵੀ ਕਲੀਅਰ ਆ, ਉਹਦਾ ਜੋ ਪਿੱਛੇ ਛੁੱਟ ਰਿਹਾ ਉਹਦੇ ਲਈ ਵੀ ਕਲੀਅਰ ਆ, ਉਹ ਨਹੀਂ ਕਸ਼ਮਕਸ਼ ਦੇ ਕਲੀਅਰ ਵਿੱਚ ਨਹੀਂ, ਕਲੀਅਰ ਨਹੀਂ ਹੈਗੀ, ਕਲੀਅਰ ਨਹੀਂ। ਅਗਰ ਦੇਖੋ clear ਮਿਰਜ਼ੇ ਦੇ ਨਾਲ ਉਹ ਜਾ ਰਹੀ ਹੈ, ਨਿਕਲ ਪਈ ਹੈ, ਮਿਰਜ਼ਾ ਨੇ ਉਹਨੇ ਆਪ ਹੀ ਬੁਲਾਇਆ, ਉਹਨੂੰ ਤਾਂ ਖੁਸ਼ ਹੋਣਾ ਚਾਹੀਦਾ, ਸ਼ੁਕਰ ਹੈ ਮੇਰਾ ਅਜ਼ਾਬ ਛੁੱਟਿਆ, ਮੈਂ ਹੁਣ ਸਾਰੀ ਉਮਰ ਜ਼ਿੰਦਗੀ ਨਾਲ ਇਹਦੇ ਨਾਲ ਜ਼ਿੰਦਗੀ ਗੁਜ਼ਾਰਾਂਗੀ, ਉਹਦੇ ਫਿਊਚਰ ਬਾਰੇ ਸੋਚੇ, ਮਿਰਜ਼ਾ ਕਿੱਥੇ ਲੈ ਕੇ ਜਾ ਰਿਹਾ, ਉਸ ਅੱਗੇ ਬਾਰੇ ਇੱਕ ਚੀਜ਼ ਨਹੀਂ ਸੋਚ ਰਹੀ। ਸਰ ਜੀ ਬਲੈਕ ਐਂਡ ਵਾਈਟ ਥੋੜੀ ਹੁੰਦਾ ਹੈ, ਉਹਨੂੰ ਆਪਣੇ ਮਾਪਿਆਂ ਨਾਲ ਵੀ ਤਾਂ ਪਿਆਰ ਸੀ, ਭਰਾਵਾਂ ਨਾਲ ਵੀ, ਤੇ ਉਹਨਾਂ ਨੇ ਉਹਦੇ ਨਾਲ ਕਿਹੜਾ ਕੋਈ ਬੁਰਾ ਕੀਤਾ ਸੀ, ਸਿਰਫ ਇਹੀ ਸੀ ਨਾ, ਬੜੇ ਪਿਆਰਾਂ ਨਾਲ ਪਾਲੀ ਸੀ, ਬੜੇ ਲਾਡਾਂ ਚਾਵਾਂ ਨਾਲ ਪਾਲੀ ਸੀ, ਸੋ ਉਹ ਛੱਡਣ ਨੂੰ ਤਾਂ ਤਕਲੀਫ ਤੇ ਹੁੰਦੀ ਹੈ ਨਾ। ਸੋ ਇਟ ਇਜ਼ ਨਾਟ ਜਸਟ ਇੱਕ ਇਹੀ ਉਹਨਾਂ ਦਾ ਡਿਸੀਜਨ ਸੀ ਜਿਹੜਾ ਉਹਨੂੰ ਪਸੰਦ ਨਹੀਂ ਸੀ, ਬਾਕੀ ਤੇ ਉਹਨੂੰ ਉਹਨਾਂ ਨਾਲ ਕੋਈ ਸ਼ਿਕਾਇਤ ਨਹੀਂ ਸੀ, ਉਹਨਾਂ ਨੇ ਉਹਦੇ ਤੇ ਕੋਈ ਬੰਦਿਸ਼ਾਂ ਨਹੀਂ ਸੀ ਲਾਈਆਂ ਹੋਈਆਂ, ਉਹ ਤੇ ਮਤਲਬ ਸ਼ੀ ਵਾਸ ਬ੍ਰੌਟ ਅਪ ਲਾਈਕ ਅ ਪ੍ਰਿੰਸੈਸ। ਫਿਰ ਇਹੀ ਤਾਂ ਸ਼ਾਇਰ ਦੀ ਪ੍ਰਾਪਤੀ ਹੈ ਨਾ, ਇਸ ਤੋਂ ਬਿਨਾ ਤਾਂ ਉਹਦਾ ਕਿੱਸਾ ਅਧੂਰਾ ਹੋਏਗਾ ਨਾ, ਇਹੀ ਤਾਂ ਉਹਦੀ ਪ੍ਰਾਪਤੀ ਹੈ। ਮੇਰਾ ਖਿਆਲ ਹੈ ਕਿ ਸਿਚੁਏਸ਼ਨ ਜਿਹੜੀ ਹੈ ਰੀਅਲਿਸਟਿਕ ਹੈ, ਇਹ ਲਾਈਫ ਦੇ ਵਿੱਚ ਐਸਾ ਨਹੀਂ ਹੁੰਦਾ ਕਿ ਬੰਦੇ ਕੋਲ ਇੱਕ ਡਿਸੀਜਨ ਲੈਂਦਾ ਵੇ, ਲੇਕਿਨ ਡਿਸੀਜਨ ਲੈਣ ਦੇ ਬਾਅਦ ਵੀ ਉਹ ਕਨਫਿਊਜ਼ ਰਹਿੰਦਾ ਕਿ ਵੈਦਰ ਆਈ ਐਮ ਟੇਕਿੰਗ ਰਾਈਟ ਡਿਸੀਜਨ ਔਰ ਨਾ ਰੋਂਗ ਡਿਸੀਜਨ, ਸੋ देयर इज अ लैक ऑफ क्लैरिटी ऑफ माइंड। ਪਰ ਮੇਰਾ ਖਿਆਲ ਹੈ, ਆਈ ਮੇ ਬੀ ਰੋਂਗ, ਬਟ ਲਾਈਫ ਦੇ ਵਿੱਚ ਹਰ ਬੰਦੇ ਨੂੰ ਕੋਈ ਵੀ ਵੱਡਾ ਡਿਸੀਜਨ ਲੈਣ ਲੱਗਿਆ ਜਿੰਨਾ ਮਰਜ਼ੀ ਉਹ ਕੌਨਫੀਡੈਂਟ ਹੋਵੇ, ਲੇਕਿਨ ਉਹਨੂੰ ਥੋੜਾ ਜਿਹਾ ਖੌਫ ਹੁੰਦਾ ਹੈ ਕਿ ਯਾਰ ਐਮ ਆਈ ਟੇਕਿੰਗ ਰਾਈਟ ਡਿਸੀਜਨ। ਸੋ ਇਹ ਜਿਹੜੀ ਯੂਨੀਵਰਸਲ ਕਸ਼ਮਕਸ਼ ਹੈ ਨਾ, ਲੈਕ ਆਫ ਕਲੈਰਿਟੀ ਆਫ ਮਾਈਂਡ, ਹਰ ਬੰਦੇ ਨੂੰ ਹੁੰਦੀ ਹੈ ਹਰ ਵੱਡਾ ਡਿਸੀਜਨ ਲੈਣ ਲੱਗਿਆ, ਉਹਦੀ ਨਿਸ਼ਾਨਦਾਹੀ ਕਰਦਾ ਪਿਆ, ਐਂਡ ਦੈਟ ਇਜ਼ ਵਾਈ ਹੀ ਇਜ਼ ਅ ਗ੍ਰੇਟ ਪੋਇਟ, ਮੇਰਾ ਖਿਆਲ ਹੈ। ਇਹ ਅਸਲ ਗੱਲ ਹੈ ਹੀ, ਕਿਉਂਕਿ ਸ਼ਾਇਰ ਕਦੀ ਚੀਜ਼ਾਂ ਕਲੀਅਰ ਨਹੀਂ ਤੁਹਾਨੂੰ ਦੱਸੇਗਾ ਥਾਰੀ ਤੇ ਬਲੈਕ ਐਂਡ ਵਾਈਟ, ਉਹ ਤੁਹਾਨੂੰ ਗ੍ਰੇ ਏਰੀਆ 'ਚ ਰੱਖੇਗਾ, ਕਿਉਂਕਿ ਲਾਈਫ ਇਜ਼ ਗ੍ਰੇ, ਲਾਈਫ ਇਜ਼ ਨੋਟ ਬਲੈਕ ਐਂਡ ਵਾਈਟ। ਹਾਂ ਉਹਨੇ ਜਿਹੜੀ ਹਿਊਮਨ ਕੰਡੀਸ਼ਨ ਹੈ ਨਾ ਸਾਹਿਬਾਂ ਦੀ, ਉਹ ਦੱਸੀ ਹੈ ਉਹਦੇ ਵਿੱਚ, ਇਹ ਨਹੀਂ ਕਿਹਾ ਕਿ ਉਹ ਬੜੀ ਦਲੇਰ ਸੀ ਤੇ ਇਹ ਕਰ ਦਾਂਗੀ ਮੈਂ, ਉਹ ਕਰ ਜਿਹੜਾ ਮਿਰਜ਼ਾ ਕਰੀ ਜਾ ਰਿਹਾ ਦਲੇਰੀ ਇਹਦੇ ਤੋਂ ਕਾਹਦੀ ਦਲੇਰੀ ਹੈ ਕਿ ਸ਼ੀ ਸੈਂਟ ਦ ਮੈਸੇਜ ਕਿ ਤੂੰ ਮੈਨੂੰ ਆ ਕੇ ਲੈ ਜਾ, ਇਹ ਤੋਂ ਵੱਡੀ ਦਲੇਰੀ ਕਾਹਦੀ ਹੋ ਸਕਦੀ? ਸ਼ੀ ਹੈਡ ਐਵਰੀਥਿੰਗ ਟੂ ਲੂਜ਼, ਹੀ ਹੈਡ ਨਥਿੰਗ ਟੂ ਲੂਜ਼। ਉਹ ਤਾਂ ਸਾਰਾ ਕੁਝ, ਆਪਣਾ ਪਰਿਵਾਰ, ਸਭ ਕੁਝ, ਉਹ ਤੇ ਉਹਦਾ, ਸ਼ੀ ਨਿਊ ਸ਼ੀ ਹੈਡ ਸੋ ਮਚ ਟੂ ਲੂਜ਼, ਤੇ ਇਹਦੇ ਨਾਲੋਂ ਬਰੇਵਰੀ ਕਿਹੜੀ ਹੋ ਸਕਦੀ? ਟਾਈਮ ਵੀ ਦੇਖੋ ਨਾ, ਕਿਹੜੇ ਟਾਈਮ ਪੀਰੀਅਡ ਦੇ ਵਿੱਚ ਉਹ ਬੁਲਾ ਰਹੀ ਹੈ ਉਹਨੂੰ, ਜਿਸ ਸਮੇਂ ਆਵਾਜ਼ ਹੀ ਨਹੀਂ ਹੈ, ਕੋਈ ਵੌਇਸ ਹੀ ਨਹੀਂ ਹੈ ਉੱਥੇ ਫੀਮੇਲ, ਉਸ ਸਮੇਂ ਉਹਨੂੰ ਬੁਲਾ ਰਹੀ ਹੈ। ਮੈਂ ਲੱਗੇ ਚਲੀਏ ਥੋੜਾ ਜਿਹਾ, ਬਹੁਤ ਵਧੀਆ ਡਿਸਕਸ਼ਨ, ਵੈਰੀ ਨਾਈਸ ਐਕਚੁਅਲੀ ਡਿਸਕਸ਼ਨ ਚੱਲ ਰਹੀ ਆ, ਔਰ ਸ਼ਾਇਦ ਜੇ ਸਾਨੂੰ ਕਿਤੇ ਹਾਫਿਜ਼ ਸਾਹਿਬ ਮਿਲ ਜਾਂਦੇ, ਉਹਨੂੰ ਪੁੱਛਦੇ ਵੀ ਕੀ ਮਤਲਬ ਸੀ ਲਿਖਣ ਦਾ, ਪਰ ਅਸੀਂ ਜੋ ਡਿਸਕਸ਼ਨ ਕਰ ਰਹੇ ਹਾਂ ਉਹ ਬੜੀ ਵਧੀਆ ਡੀਪ ਹੋ ਰਹੀ ਆ, ਵੈਰੀ ਨਾਈਸ। ਇਟ ਇਜ਼ ਟਰੂ। ਸੋ ਕੋਈ ਵੀ ਜਿਹੜੀ ਚੀਜ਼ ਹੁੰਦੀ ਹੈ ਦੁਨੀਆ ਦੇ ਵਿੱਚ, there is no such thing as black and white decisions ਦੇ ਵਿੱਚ, in every decision there is always, in anything there is always a gain and a loss, there is always never gain or never loss, gain and loss ਹੁੰਦਾ ਹੀ ਹੈ। so she is riding that horse in between the gain and loss, ਇਹ ਉਸ ਘੋੜਾ ਜਿਹੜਾ ਹੈਗਾ ਆ, ਉਹ ਇਹੀ ਸਾਨੂੰ ਦੱਸ ਰਿਹਾ ਕਿ ਉਹ she is riding between the two worlds, ਇੱਕ ਪਾਸੇ ਉਹਨੂੰ ਆਪਣਾ ਮੁਹੱਬਤ ਦਾ ਗੇਨ ਹੈ, ਇੱਕ ਪਾਸੇ ਉਹਦਾ ਆਪਣਾ ਟੱਬਰ ਛੁੱਟਦਾ। ਸ਼ੀ ਡਸਨਟ ਹੇਟ ਹਰ ਟੱਬਰ। ਹਾਂ ਅਸਲ ਇਹੀ ਗੱਲ ਇਟਸ ਵੈਰੀ ਟਿਪੀਕਲ ਯੂਨੀਵਰਸਲ ਜੀ। ਚलिए ਜੇ ਅਗਰ ਇਜਾਜ਼ਤ ਹੈ, ਹਾਂ ਜੀ ਪੜੋ ਬੀਬਾ ਜੀ 119ਵਾਂ। ਨਾ ਬੰਦ ਹੋ ਰਿਹਾ। I have to find it, ਤੁਸੀਂ ਪੜੋ ਸਾਈਦ ਸਾਹਿਬ। I have to find it। ਪੜ ਦੇਣਾ, ਮੈਂ ਹੁਣ ਮਕੂਲਾ ਸ਼ਾਇਰ ਆ ਗਿਆ, I think it might be more clear here। इश्क बुलेरा पातनी ना लंघाए घात, इश्क बुलेरा पातनी ना लंघाए घात, उत्थे बेड़ा ठिलिया जावन जिथे पात, हुक ना ढूंढे लजता इश्क ना पूछे ज़ात। वाह। त्रुठा जिंद कुहाइंदा, त्रुठा जिंद कुहाइंदा बिरों दी ओ रात। वाह वाह वाह, बिरहों दी ओ रात।
ਕਿਆ ਇਹ ਤੁਰਠਾ ਹੈ ਕਿ ਤਰਠਾ ਹੈ? ਕਿ ਸਾਡੇ ਕੀ ਹੈਗਾ ਇਹ ਲਫ਼ਜ਼ ਦੱਸਿਆ ਜੇ ਪੂਰਾ। ਇਸ਼ ਨਹੀਂ, ਇਹ ਪੇਸ਼ ਪਈ ਹੈ। ਹਾਂ ਪੇਸ਼ ਤੁਰਠਾ ਹੁਣ ਫਿਰ ਪਤਾ ਨਹੀਂ। ਤਰੁੱਠਾ ਤੁਰਿਠਾ 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 ਤੁਰਠਾ ਜੀ। ਤੁਰਠਾ ਓਕੇ ਤ੍ਰਿਠਾ ਨਹੀਂ, ਤ੍ਰਿਠਾ ਹੋਰ ਹੁੰਦਾ। ਤੁਰਠਾ ਤੁਰਠਾ ਹੁੰਦਾ ਖੁਸ਼, ਤ੍ਰਿਠਾ ਹੁੰਦਾ ਡਰਿਆ ਹੋਵੇ। ਤੇ ਜਿਹੜਾ ਇਹ ਭਲੇਰਾ ਲਫ਼ਜ਼ ਹੀ ਹੈ ਨਾ। ਹਾਂ, ਭਲੇਰਾ ਜਿਹੜਾ ਇਹ ਹੈਗਾ, ਇਹ ਇੱਕ ਤੇ ਹੈਗਾ ਕਿ ਭੁੱਲਣ ਵਾਲਾ ਜਿਹੜਾ ਹੈ, ਇਹ ਜਿਹੜਾ ਭੁੱਲੀ ਪਾਵਣ ਵਾਲਾ। ਤੇ ਇੱਕ ਅਸੀਂ ਕਹਿੰਦੇ ਆ ਕਿ ਯਾਰ ਅਸੀਂ ਗੱਲ ਬਾਅਦ ਚ ਵੀ ਕਦੀ ਕਹਿ ਦਿੰਦੇ ਆ ਕਿ ਇਸ਼ਕ ਬਲੇਰਾ ਹੈ, ਇਸ਼ਕ ਜਿਹੜਾ ਅਜੀਬ ਹੈ, ਬੜਾ ਚੰਗਾ ਹੈ, ਅਜੀਬ ਹੈ, ਇਸ ਤਰ੍ਹਾਂ ਦਾ ਅੱਛਾ ਅਸੀਂ ਕਹਿ ਦਿੰਦੇ ਆ ਗੱਲਬਾਤ ਦੇ ਵਿੱਚ। ਉਬੈਰ ਸਾਹਿਬ ਮੈਨੂੰ ਲੱਗਾ ਅੱਛਾ ਮੈਂ ਬੁਲੇਰਾ ਕਰਨੇ ਇੱਥੇ ਤੋਂ ਨਿਕਲਿਆ। ਐਮ ਆਈ ਰਾਈਟ? ਵਾਟ ਵੁੱਡ ਬੀ ਦ ਰਾਈਟ ਪ੍ਰੋਨਾਂਸੀਏਸ਼ਨ? ਅਸੀਂ ਇਹ ਕਹਿੰਦੇ ਆ ਭਲੀ ਕੀਤੀ ਹੈ, ਚੰਗੀ ਕੀਤੀ ਹੈ। ਜਿਹੜਾ ਅਸੀਂ ਗੱਲਬਾਤ ਦੇ ਵਿੱਚ ਮੁਹਾਵਰਤਨ ਵਰਤ ਜਾਂਦੇ ਆ ਕਿ ਬੜਾ ਭੁਲੇਰਾ ਕੀਤਾ ਹੈ ਇਸ਼ਕ, ਇਸ ਤਰ੍ਹਾਂ ਦੀ ਵੀ ਹੈ। ਤੇ ਭੁਲੇਰਾ ਦੇ ਵਿੱਚ ਭੁੱਲੇ ਪਾਉਣ ਵਾਲਾ ਵੀ ਹੈ। ਭੁੱਲੇ ਘੁੰਮਣ ਆਪਣੀ ਘੇਰੀ ਭੁੱਲੀ ਪਾਉਣ ਵਾਲਾ। ਆਈ ਥਿੰਕ ਇੱਥੇ ਮੇਰੇ ਖਿਆਲ ਚ ਲੱਗਦਾ ਕਿ ਜਿੱਦਾਂ ਭੁੱਲੀ ਪਾਉਣ ਵਾਲਾ। ਤੁਸੀਂ ਸਹੀ ਕਹਿ ਰਹੇ, ਬਿਲਕੁਲ ਸਹੀ ਕਹਿ ਰਹੇ। ਭੁੱਲੀ ਅੱਛਾ ਮੈਂ ਪਾਉਣ ਪੜ੍ਹ ਵਾਲਾ ਲਈ ਵੀ ਹੈ। ਦੂਸਰਾ ਵੀ ਹੈ ਕਿ ਇਸ਼ਕ ਚੰਗਾ ਹੈ ਜਾਂ ਇਸ਼ਕ ਚੰਗਾ ਹੈਗਾ ਜਾਂ ਭੁਲੇਖੇ ਪਾਉਂਦਾ। ਹਾਂ, ਕਿ ਨਾ ਪਾਤਨੀ ਨਾ ਲਗਾਏ ਘਾਟ। ਹਾਂਜੀ ਮੈਂ ਪੜ੍ਹਾਂ ਜੀ। ਇਸ਼ਕ ਭਲੇਰਾ ਪਾਤਣੀ ਨਾ ਲੰਗਾਏ ਘਾਤ, ਉੱਥੇ ਬੇੜਾ ਠੱਲਿਆ ਜਾਵਣ ਜਿੱਥੇ ਪਾਤ। ਭੁੱਖ ਨਾ ਢੂੰਡੇ ਲज्जਤਾं, ਇਸ਼ਕ ਨਾ ਪੁੱਛੇ ਜ਼ਾਤ। ਤੁਰਠਾ ਜਿੰਦ ਕੁਹਾਇੰਦਾ, ਬਿਰਹੋਂ ਦੀ ਉਹ ਰਾਤ। ਵਾਹ ਹਾਂ, ਵਾਹ। ਇਸ਼ਕ ਅੱਗੇ ਜਿਹੜਾ ਹਾਂਜੀ ਤੁਸੀਂ ਪੜ੍ਹੋ ਜੀ। ਮੈਂ ਪੜ੍ਹ ਲੈਣਾ ਜੀ, ਇਹ ਬੜਾ ਵਧੀਆ ਹੈ। ਮੈਨੂੰ ਇਹ ਸਾਰੇ ਬਾਰ-ਬਾਰ ਪੜ੍ਹਨ ਨੂੰ ਦਿਲ ਕਰਦਾ। ਇਹ ਤਾਂ ਖੈਰ ਇਸ਼ਕ ਭੁਲੇਰਾ ਪਾਤਣੀ ਨਾ ਲੰਘਾਏ ਘਾਤ, ਉੱਥੇ ਬੇੜਾ ਠੱਲਿਆ ਜਾਵਣ ਜਿੱਥੇ ਪਾਤ। ਭੁੱਖ ਨਾ ਢੂੰਡੇ ਲज्जਤਾं, ਇਸ਼ਕ ਨਾ ਪੁੱਛੇ ਜ਼ਾਤ। ਤੁਰਠਾ ਜਿੰਦ ਕੁਹਾਇੰਦਾ, ਬਿਰਹੋਂ ਦੀ ਉਹ ਰਾਤ। ਜਿਹੜਾ ਪਾਤਨੀ ਹੈ ਉਹ ਮਲਾਹ ਨਹੀਂ ਹੈਗਾ। ਪਾਤਨੀ ਜਿਹੜਾ ਉਹ ਪੱਤਨ ਜਿਹੜਾ ਜਿੱਥੋਂ ਦਰਿਆ ਨੂੰ ਅਸੀਂ ਪਾਰ ਕਰੀ ਜਾਂਦਾ, ਉਹ ਮਲਾਹਾਂ ਦੇ ਉੱਪਰ ਹੁੰਦਾ। ਉਹਦੇ ਕੋਲ ਕੰਟਰੋਲ ਹੁੰਦਾ ਪੱਤਨ ਦਾ, ਔਰ ਇੰਚਾਰਜ ਹੁੰਦਾ ਹੈਗਾ। ਔਰ ਉਹ ਅੱਗੇ ਫਿਰ ਮਲਾਹ ਨੂੰ ਕਹਿੰਦਾ ਹੈ ਕਿ ਤੂੰ ਠੀਕ ਹੈ ਜੀ, ਤੁਸੀਂ ਇਹ ਬੰਦਿਆਂ ਨੂੰ ਲੈ ਜਾਓ, ਉਹ ਬੰਦਿਆਂ ਨੂੰ ਲੈ ਜਾਓ। ਤੇ ਪਾਤਨੀ ਜਿਹੜਾ ਉਹ ਸਾਨੂੰ ਹੁਣ ਰਾਹ ਨਹੀਂ ਦੇ ਰਿਹਾ। ਜਿਹੜਾ ਘਾਟ ਹੈ, ਜਿਹੜਾ ਸਾਡਾ ਰਸਤਾ ਹੈ ਦਰਿਆ ਦਾ, ਜਿਹੜਾ ਅਸੀਂ ਪਾਰ ਕਰਨਾ ਹੈ, ਉਹ ਸਾਨੂੰ ਪਾਰ ਕਰਨ ਦਾ ਰਾਹ ਨਹੀਂ ਦੇ ਰਿਹਾ। ਉੱਥੇ ਬੇੜਾ ਠੇਲਿਆ ਜਾਵਣ ਜਿੱਥੇ ਪਾਤ। ਇੱਥੇ ਪਾਤ ਲਿਖਿਆ ਹੈ, ਪਤਾਲ ਵੀ ਹੈ ਔਰ ਅੰਦਰ ਵੀ ਹੈ, ਹੇਠਾਂ ਵੀ ਹੈ। ਪਾਤ ਜਿਹੜਾ ਉਹ ਪਾਠ ਵੀ ਹੈ, ਜਿੱਥੇ ਜਿਹੜਾ ਹੈ ਵਿਚਕਾਰ ਕਰਕੇ ਦਰਿਆ ਦੇ ਜਿਹੜਾ ਰਸਤਾ ਆ ਜਾਂਦਾ ਹੈ। ਉੱਥੇ ਬੇੜਾ ਠੇਲਿਆ, ਜਿੱਥੋਂ ਪਤਾ ਨਹੀਂ ਅੱਗੋਂ ਉਹ ਪੂਰਾ ਸਫ਼ਰ ਪੂਰਾ ਕਰ ਸਕਦਾ ਹੈ ਕਿ ਨਹੀਂ ਕਰ ਸਕਦਾ, ਪੂਰੀ ਤਰ੍ਹਾਂ ਪਹੁੰਚ ਸਕਦਾ ਹੈ ਕਿ ਨਹੀਂ ਪਹੁੰਚ ਸਕਦਾ, ਦਰਿਆ ਪਾਰ ਹੋ ਸਕਦਾ ਹੈ ਕਿ ਨਹੀਂ ਹੋ ਸਕਦਾ। ਭੁੱਖ ਨਾ ਢੂੰਡੇ ਲज्जतां, ਜਦੋਂ ਭੁੱਖ ਹੁੰਦੀ ਹੈ ਤੇ ਸਾਨੂੰ ਇਹ ਨਹੀਂ ਹੁੰਦਾ ਲੂਣ ਥੋੜਾ ਹੈ ਤੇ ਜ਼ਿਆਦਾ ਹੈ ਕਿ ਕਿੰਜ ਦਾ ਪੱਕਿਆ ਹੈ। ਸਾਨੂੰ ਤੇ ਰੋਟੀ ਚਾਹੀਦੀ ਹੁੰਦੀ ਹੈ ਢਿੱਡ ਭਰਨ ਲਈ। ਇਸ਼ਕ ਨਾ ਪੁੱਛੇ ਜ਼ਾਤ, ਤੁਰਠਾ ਜਿੰਦ ਕੁਹਾਇੰਦਾ। ਤੁਰਠਾ ਜਿਹੜਾ ਹੈਗਾ ਬਹੁਤ ਖੁਸ਼ ਹੋਇਆ, ਆਪਣੀ ਜਿੰਦ ਜਿਹੜੀ ਹੈ ਕੁਹਾਇੰਦਾ ਮੈਨੇ ਆਪਣੇ ਆਪ ਨੂੰ ਉਹ ਜਿਹੜਾ ਹੈ ਉਹ ਮਰਵਾਉਂਦਾ। ਕੋਣਾ ਜਿਹੜਾ ਹੈ ਕੋਇਆ ਜਾਣਾ, ਬਿਰਹੋਂ ਦੀ ਉਹ ਰਾਤ। ਔਰ ਉਹ ਰਾਤ ਜਿਹੜੀ ਹੈ ਬਿਰਹੋਂ ਦੀ ਹੈ। ਸ਼ਾਮਾਂ ਵੇਲੇ ਉਹ ਚੱਲੇ ਸਨ, ਪਿਛਲੇ ਬੰਦ ਵਿੱਚ ਸ਼ਾਮ ਸੀ, ਇੱਥੇ ਉਹ ਰਾਤ ਆ ਗਈ ਹੈ। ਬਿਰਹੋਂ ਦੀ ਰਾਤ ਕਿਉਂ ਹੈ ਨਹੀਂ ਸਮਝ ਆਈ। ਉਹ ਤੁਹਾਨੂੰ ਇਸ਼ਾਰਾ ਦੇ ਰਿਹਾ ਨਾ, ਅੱਗੇ ਦਾ ਇਸ਼ਾਰਾ ਹੌਲੀ ਹੌਲੀ ਥੋੜਾ ਥੋੜਾ ਦੇ ਰਿਹਾ। ਸੋ ਸਰ ਜੀ ਜਿੱਥੇ ਕਹਿੰਦੇ ਨੇ ਉੱਥੇ ਬੇੜਾ ਠੱਲਿਆ ਜਾਵਣ, ਜਿੱਥੇ ਕਿ ਵੀ ਇਹਦਾ ਰਸਤਾ ਮਤਲਬ ਕਿ ਪਤਾ ਨਹੀਂ ਕਿੱਥੇ ਜਾਣਾ, ਹਾਂ, ਪਤਾ ਨਹੀਂ ਕੀ ਬਣਨਾ ਸਾਡਾ।
ਪਾਤ ਦਾ ਇੱਕ ਅਨਨੋਨ ਮਤਲਬ ਵਾਟਰਸ, ਅਨਨੋਨ ਪਾਤ ਵਾਟਰਸ। ਹਾਂ, ਪਾਤ ਦਾ ਇੱਕ ਮਤਲਬ ਹੈਗਾ ਪਤਾਲ, ਹੇਠਾਂ ਤੁਰ, ਜਿੱਥੇ ਜਹਾਜ਼ ਡੁੱਬ ਜਾਂਦਾ ਹੈ ਉਹ ਉਹਨੂੰ ਵੀ ਪਤਾਲ ਕਹਿੰਦੇ ਨੇ, ਜਿਹੜਾ ਡਿੱਗਣਾ ਡਹਿਣਾ। ਔਰ ਪਾਠ ਜਿਹੜਾ ਹੈ ਜਾਂ ਪਾਤ ਹੈ, ਜਿੱਥੇ ਦਰਿਆ ਦੇ ਵਿੱਚ ਦਰਿਆ ਘੇਰ ਲੈਂਦਾ ਹੈ ਬੇੜਿਆਂ ਨੂੰ, ਜਾਂ ਇਸ ਤਰ੍ਹਾਂ ਦੀ ਕੋਈ ਚੀਜ਼ ਹੈ। ਬਹਰਹਾਲ ਉਹ ਜਿਹੜਾ ਮੇਰੇ ਖਿਆਲ ਦਰਿਆ ਹੈ ਉਹ ਪਾਰ ਨਹੀਂ ਹੋ ਪਾ ਰਿਹਾ। ਮੇਰਾ ਖਿਆਲ ਹੈ ਕਿ ਉਹ ਦਰਿਆ ਜਿਹੜਾ ਉਹ ਜ਼ਿੰਦਗੀ ਹੈ, ਜ਼ਿੰਦਗੀ ਦਾ ਦਰਿਆ ਹੈ, ਔਰ ਇਸ਼ਕ ਦਾ ਜਿਹੜਾ ਰਸਤਾ ਹੈ ਉਹ ਤੁਸੀਂ ਰਸਤੇ ਤੇ ਚੜ ਸਕਦੇ ਹੋ, ਲੇਕਿਨ ਰਸਤਾ ਤੁਹਾਨੂੰ ਕਿੱਥੇ ਲਿਜਾਏਗਾ ਉਹ ਇਸ਼ਕ ਹਮੇਸ਼ਾ ਤੁਹਾਨੂੰ ਅਨਨੋਨ ਰੱਖਦਾ ਹੈ। ਉਹਦੇ ਵਿੱਚ ਹਮੇਸ਼ਾ ਇੱਕ ਐਲੀਮੈਂਟ ਆਫ ਮਿਸਟਰੀ ਹੁੰਦਾ ਹੈ, ਐਲੀਮੈਂਟ ਆਫ ਸਫਰਿੰਗ ਹੈ, ਬੇਰੂ ਹੈ। ਤੇ ਉਹ ਜਿਹਦੇ ਵੱਲ ਇਸ਼ਾਰਾ ਪਹਿਲੀ ਲਾਈਨ 'ਚ ਕੀਤਾ ਜਾ ਰਿਹਾ, ਇਸ਼ਕ ਭੁਲੇਰਾ ਪਾਤ ਨੂੰ, ਇਹ ਭੁਲੇਖੇ ਪਾਉਣ ਵਾਲੀ ਚੀਜ਼ਾਂ ਹੈਗੀਆਂ, ਤੁਸੀਂ ਕਲੀਅਰ ਨਹੀਂ ਹੋ ਸਕਦੇ। ਇਹ ਰਸਤਾ ਇੰਨਾ ਸੌਖਾ ਤੇ ਕਲੀਅਰ ਨਹੀਂ ਹੈਗਾ ਕਿ ਤੁਸੀਂ ਇਹ ਸੋਚ ਕੇ ਨਿਕਲੋ ਕਿ ਮੇਰੀ ਮੰਜ਼ਿਲ ਕੀ ਹੈ ਜਾਂ ਮੇਰਾ ਐਂਡ ਕੀ ਹੋਏਗਾ। ਤੇ ਇਹੋ ਜਿਹਾ ਮੈਨੂੰ ਕੁਛ ਲੱਗਾ ਹੈ। ਇਹ ਬੇੜਾ ਜਿਹੜਾ ਜ਼ਿੰਦਗੀ ਹੈ ਤੇ ਜ਼ਿੰਦਗੀ ਦਾ ਜਿਹੜੇ ਮੁਸ਼ਕਿਲਾਤ ਨੇ, ਇਹ ਸਾਰਾ ਸਮਰਾਈਜ਼ ਕਰਦਾ ਪਿਆ ਕਿ ਤੁਸੀਂ ਜ਼ਿੰਦਗੀ ਦਾ ਦਰਿਆ ਪਾਰ ਕਰਨਾ ਹੈ, ਔਰ ਉਹ ਸੌਖਾ ਨਹੀਂ। ਸ਼ਾਹ ਹੁਸੈਨ ਦੀ ਇੱਕ ਲਾਈਨ ਹੈਗੀ ਨਾ ਡਾਕਟਰ ਸਾਹਿਬ ਜਾਂ ਜ਼ੁਬੈਰ ਸਾਹਿਬ ਕੇ, ਹਾਂ ਸ਼ਾਹ ਨੈਮੀ ਡੂੰਗੀ ਤੁਲਾ ਪੁਰਾਣਾ ਤੇ ਸ਼ੀਹਾਂ ਪੱਤਨ ਮੱਲੇ, ਜੇ ਕੋਈ ਖਬਰ ਹਾਂ ਦੀ ਲਿਆਵੇ ਹੱਥ ਦੇ ਦੇਣੀ ਆ ਛੱਲੇ, ਤੇ ਮੈਂ ਵੀ ਜਾਣਾ ਜੋ ਕਰਾਂਜਨ ਦੀ, ਤੇ ਨਾਲ ਮੇਰੇ ਕੋਈ ਚੱਲੇ। ਆਈ ਥਿੰਕ ਉਹ ਇਸ਼ਾਰਾ ਜਿਹੜਾ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਅਸੀਂ ਮੈਟਾਫੋਰ ਯੂਜ਼ ਕਰਨੇ ਆ, ਦਰਿਆ ਦਾ, ਪਾਣੀ ਦਾ ਲੰਘਣਾ, ਜਿਹੜਾ ਵਕਤ ਦਾ ਬਹਾਓ ਹੈ, ਜਿਹੜਾ ਪਿੱਛੇ ਨੂੰ ਨਹੀਂ ਆਣਾ, ਵਾਪਸ ਨਹੀਂ ਜਾਣਾ। ਜੋ ਲੰਮਾ ਅੱਗੇ ਚਲਾ ਗਿਆ ਹੈ, ਜੋ ਟਾਈਮ ਲੰਘਦਾ ਪਿਆ, ਉਹ ਵਾਪਸ ਨਹੀਂ ਆਣਾ। ਇਹ ਮਕੂਲਾ ਸ਼ਾਇਰ ਜਿਹੜਾ ਉਹ, ਕਰੈਕਟ ਮੀ ਇਫ ਆਮ ਰੋਂਗ, ਮਕੂਲਾ ਸ਼ਾਇਰ ਦੇ ਸ਼ਾਇਰ ਹਮੇਸ਼ਾ ਆਪਣੀ ਜਿਹੜੀ ਕੈਪਸੂਲੇਟਡ ਵਿਜ਼ਡਮ ਹੁੰਦੀ ਹੈ ਸਿਚੁਏਸ਼ਨ ਦੇ ਉੱਤੇ, ਜਿਹੜੀ ਕਮੈਂਟਰੀ ਹੁੰਦੀ ਉਹਦੀ, ਉੱਥੇ ਕੋਸ਼ਿਸ਼ ਕਰਦਾ ਕਿ ਮੈਂ ਆਪਣੀ ਥੋੜੀ ਜਿਹੀ ਕਮੈਂਟਰੀ ਪਾ ਦਿਆਂ, ਅਗਰ ਕਲੈਰੀਫਿਕੇਸ਼ਨ ਵਾਸਤੇ ਜਾਂ ਐਕਸਪਲੇਨੇਸ਼ਨ ਵਾਸਤੇ। ਕਰੈਕਟ ਜਵੈਰ ਸਾਹਿਬ, ਐਮ ਆਈ ਕਰੈਕਟ? ਹਾਂਜੀ ਹਾਂਜੀ ਹਾਂਜੀ, ਮੈਂ ਅੱਗੇ ਗੱਲ ਕਰਾਂ ਥੋੜੀ ਜੀ। ਹਾਂਜੀ ਇਹ ਜਿੱਦਾਂ ਤੁਸੀਂ ਕਿਹਾ ਕਿ ਮਕੂਲਾ ਸ਼ਾਇਰ ਹੈ, ਸ਼ਾਇਰ ਦੀ ਆਪਣੀ ਸਟੇਟਮੈਂਟ ਹੈ, ਉਹ ਇਸ਼ਕ ਬਾਰੇ ਸਟੇਟਮੈਂਟ ਹੈ। ਇਹ ਕਹਿ ਰਹੇ ਨੇ ਕਿ ਇਸ਼ਕ ਭੁਲੇਰਾ ਪਾਤਨੀ, ਕਿ ਇਸ਼ਕ ਇੱਕ ਐਸਾ ਭੁਲੇਖੇ ਪਾਉਣ ਵਾਲਾ ਪਾਤਨੀ ਹੈ, ਪਤਨ ਤੇ ਜਿਹੜਾ ਕੋਈ ਰਹਿੰਦਾ ਜਾਂ ਉਹਨੂੰ ਮੈਨੇਜ ਕਰਦਾ। ਜਿੱਦਾਂ ਜ਼ੁਬੈਰ ਸਾਹਿਬ ਨੇ ਕਿਹਾ ਕਿ ਇਸ਼ਕ ਇੱਕ ਐਸਾ ਭੁਲੇਖੇ ਪਾਉਣ ਵਾਲਾ ਪਾਤਨੀ ਆ, ਜਿਸ ਨੇ ਪਾਰ ਨਹੀਂ ਲੰਘਾਉਣਾ। ਉਹ ਘਾਤ ਲਾ ਕੇ ਬੈਠਾ, ਘਾਤ ਲਾ ਕੇ ਮਤਲਬ ਸ਼ਹਿ ਲਾ ਕੇ ਬੈਠਾ ਤੁਹਾਨੂੰ ਡੀਵੀਏਟ ਕਰਨ ਦੇ ਲਈ। ਕਿਉਂਕਿ ਸਾਰੀਆਂ ਜਿਹੜੀਆਂ ਸਟੋਰੀਆਂ ਪਤਨਾਂ ਤੇ ਹੋਈਆਂ ਨੇ ਨਾ ਮੁਸ਼ਕ ਦੀਆਂ, ਉੱਥੇ ਬੇੜਾ ਠੱਲਿਆ, ਉੱਥੋਂ ਬੇੜਾ ਠੱਲਿਆ ਜਾਵਣ ਜਿੱਥੇ ਪਾਤ ਦਾ ਮਤਲਬ ਪਤਵਾਰ, ਚੱਪੂ। ਜਿਸ ਤਰ੍ਹਾਂ ਤੁਸੀਂ ਚੱਪੂ ਮਾਰੋਗੇ ਉਧਰਲੀ ਸਾਈਡ ਨੂੰ ਹੀ ਐਕਸ਼ਨਸ ਕਰਨ ਦੇ ਨਾਲ ਇਹ ਬੇੜਾ ਤੁਹਾਡਾ ਜਾਏਗਾ। ਭੁੱਖ ਨਾ, ਇਹ ਤਾਂ ਸਿੱਧਾ ਹੀ ਆ, ਭੁੱਖ ਨਾ ਢੂੰਡੇ ਲਜ਼ਤਾਂ, ਇਸ਼ਕ ਨਾ ਪੁੱਛੇ ਜ਼ਾਤ। ਇਹ ਸਾਰੇ ਇਸ਼ਕ ਦੀਆਂ ਗੱਲਾਂ ਹੀ ਕਰੀ ਚਲੇ ਜਾ ਰਿਹਾ ਕਿ ਤੁਰਠਾ ਜਿੰਦ ਕੁਹਾਇੰਦਾ, ਕਿ ਬਿਰਹੋਂ ਦੀ ਰਾਤ ਜਿਹੜੀ ਆ ਉਹ ਇਸ ਤਰ੍ਹਾਂ ਹੈ ਕਿ ਜਿੰਦ ਨੂੰ ਇਹ ਇਸ਼ਕ ਬਿਰਹੋਂ ਦੀ ਰਾਤ ਵਾਂਗੂ ਮਰਵਾ ਕੇ ਹੀ, ਕੁਹਾਇੰਦਾ ਕਰਕੇ ਹੀ ਖੁਸ਼ ਰਹੇਗਾ। ਕਿ ਇਸ਼ਕ ਜੋ ਚੀਜ਼ ਹੈ ਉਹਦੇ ਵਿੱਚ ਤੁਹਾਨੂੰ ਕਈ ਡਿਵੀਏਸ਼ਨਸ ਆ, ਕਈ ਭੁਲੇਖੇ ਆ। ਔਰ ਮੈਨੂੰ ਇਹ ਲੱਗਦਾ ਕਿ ਸਟੇਟਮੈਂਟ ਇਸ਼ਕ ਦੇ ਹਿਸਟੋਰੀਕਲੀ ਜੋ ਗੱਲਾਂ ਬਾਤਾਂ ਹੋਈਆਂ ਉਹਦੇ ਤੇ ਮਕੂਲਾ ਸ਼ਾਇਰ ਨੇ ਮਤਲਬ ਇੱਕ ਸਟੇਟਮੈਂਟ ਹੀ ਦਿੱਤੀ ਹੈ ਇਸ਼ਕ ਬਾਰੇ, ਕਿ ਪਤਨਾ ਤੇ ਬੈਠਾ ਇੱਕ ਐਸਾ ਇਸ਼ਕ, ਇੱਕ ਐਸਾ ਠੱਗ ਹੈ ਜਿਹੜਾ ਕਿ ਪਤਨਾ ਤੇ ਬੈਠਾ, ਜਿਸਨੇ ਤੁਹਾਨੂੰ ਪਾਰ ਨਹੀਂ ਲੰਘਣ ਦੇਣਾ, ਘਾਤ ਲਾਈ ਬੈਠਾ। ਔਰ ਇਹਦੇ 'ਚ ਥਾਂ ਤੇ ਤੁਹਾਨੂੰ ਮਤਲਬ ਮੁਸ਼ਕਲਾਂ ਆਉਣੀਆਂ, ਡਿਸੈਪਸ਼ਨਸ ਹੋਣੀਆਂ। ਮੈਂ ਕੁਝ ਇਸ ਤਰ੍ਹਾਂ ਦੇਖਿਆ। ਦੱਸੋ ਜ਼ੁਬੈਰ ਸਾਹਿਬ, ਹਾਂਜੀ ਬੋਲੋ ਇਸ ਬਾਰੇ। ਕਲੀਅਰ ਹੈ, ਉਹਦੇ 'ਚ ਕੁਛ ਨਹੀਂ ਹੈਗਾ। ਆਖਰੀ ਜਿਹੜੀ ਲਾਈਨ ਹੈਗੀ ਹੈ ਉਹ ਤੇ ਠੀਕ ਹੈ, ਇਸ਼ਕ ਭੁਲੇਰਾ ਹੈ, ਉਹ ਦਰਿਆ ਪਾਰ ਨਹੀਂ ਅਸੀਂ ਦਰਿਆ ਪਾਰ ਨਹੀਂ ਕਰ ਪਾ ਰਹੇ, ਘਾਤ ਹੈ ਜਾਂ ਘਾਟ ਹੈ। ਔਰ ਬੇੜਾ ਜਿਹੜਾ ਠੱਲਿਆ ਹੈ ਸਾਡਾ, ਲੇਕਿਨ ਅੱਗੇ ਨਹੀਂ ਜਾ ਪਾ ਰਹੇ,
ਫਸ ਗਏ ਆ ਕਿਤੇ ਦਰਿਆ ਦੇ ਵਿੱਚ ਕਿਤੇ। ਤੇ ਤੁਰਠਾ ਜਿੰਦ ਕੁਹਾਇੰਦਾ ਜਿਹੜਾ ਖੁਸ਼ੀ ਖੁਸ਼ੀ ਉਹ ਆਪਣੀ ਜਿੰਦ ਵਾਰ ਰਿਹਾ, ਆਪਣੇ ਜਿੰਦ ਨੂੰ ਟੋਟੇ ਟੋਟੇ ਕਰਵਾਏ। ਕੁਹਾਇੰਦਾ ਹੁੰਦਾ ਕੋਣਾ, ਟੋਟੇ ਟੋਟੇ ਕਰਕੇ ਜਿਸਮ ਨੂੰ। ਬਿਰਹੋਂ ਦੀ ਉਹ ਰਾਤ, ਉਹ ਐਸੀ ਰਾਤ ਹੈ ਉਹ ਬਿਰਹੋਂ ਦੀ, ਮੁਹੱਬਤ ਦੀ, ਇਸ਼ਕ ਦੀ। ਬਿਰਹਾ ਮਤਲਬ ਸਿਰਫ ਜੁਦਾਈ ਨਹੀਂ ਹੈ, ਜਿਵੇਂ ਸਾਡੇ ਸ਼ਿਵ ਤੁਸੀਂ ਕੁਮਾਰ ਸਾਰਿਆਂ ਨੇ ਪੜ੍ਹਿਆ, ਅੱਜ ਕੱਲ ਤੁਸੀਂ ਪੜ੍ਹ ਵੀ ਰਹੇ ਹੋ ਬਿਰਹਾ ਬਾਬਾ ਫਰੀਦ। ਤੇ ਬਿਰਹਾ ਬਿਰਹਾ ਆਖੀਏ ਬਿਰਹਾ ਤੂੰ ਤੂੰ ਸੁਲਤਾਨ, ਸੁਲਤਾਨ ਜਿਸ ਤਨ ਬਿਰਹਾ ਨਾ ਉਪਜੇ ਸੋ ਤਨ ਤਨ ਜਾਨ ਜਾਨ ਮਸਾਨ। ਮਸਾਨ। ਇਹ ਲਾਈਨ ਤੇ ਸਮਾਂ ਤੇ ਇੱਕ ਇਹ ਵੀ ਹਾਂ ਇਹ ਵੀ ਬਾਬਾ ਫਰੀਦ ਵੱਲ ਜਾਂਦਾ, ਭੁੱਖ ਨਾ ਢੂੰਡੇ ਲਜ਼ਤਾਂ, ਜਿੱਦਾਂ ਉਹ ਕਹਿੰਦੀ ਰੋਟੀ ਮੇਰੀ ਕਾਠ ਦੀ, ਲਾਵਣ ਮੇਰਾ ਭੁੱਖ, ਲਾਵਣ ਹਾਂ ਮੇਰਾ ਜੀ, ਭੁੱਖ। ਹਾਂ ਹਾਂ ਜੀ, ਨਾ ਖਾਦੀ ਚੌਂਕੜੀ। ਇਹ ਮੇਰੇ ਖਿਆਲ ਚ ਇਹ ਸਾਰੀ ਉਧਰ ਦੀ, ਮੇਰੇ ਖਿਆਲ ਚ ਉਧਰ ਉਹਨਾਂ ਦਾ ਇਸ਼ਾਰਾ ਹੈ। ਹਾਂ ਉਹ ਜਿਹੜਾ ਸ਼ਾਇਰ ਹੈ ਨਾ, ਉਹ ਬਿਰਹੋਂ ਦੀ ਰਾਤ ਨੂੰ ਜਿਹੜਾ ਨਾ ਵਡਿਆ ਰਿਹਾ। ਉਹ ਕਹਿ ਰਿਹਾ ਕਿ ਔਰ ਇਹੋ ਜਿਹੀ ਰਾਤ ਹੈ ਬਿਰਹੋਂ ਦੀ ਰਾਤ, ਕਿ ਉਹ ਖੁਸ਼ੀ ਖੁਸ਼ੀ ਆਪਣੀ ਜਿੰਦ ਕੁਆ ਰਿਹਾ। ਅਨੋਖੀ ਰਾਤ ਹੈ। ਹਾਂ ਅਨੋਖੀ ਰਾਤ ਹੈ। ਤੇ ਬਿਰਹੋਂ ਤੇ ਜਦ ਲਫ਼ਜ਼ ਆਂਦਾ ਮੈਨੂੰ ਸ਼ਿਵ ਕੁਮਾਰ ਹੀ ਯਾਦ ਆ ਜਾਂਦਾ ਹੈ। ਹਾਂ ਜੀ, ਚਲੋ ਜੀ ਆਪਣਾ 120 ਹਾਂਜੀ ਘੰਟਾ ਹੋ ਗਿਆ, ਲੇਕਿਨ ਅਸੀਂ ਅਗਲਾ ਬੰਦ ਹਾਂ। ਮੁਕਾਵਾਂਗੇ। ਖਾਰੇ ਚੜ੍ਹਦੀ ਸਾਹਿਬਾਂ ਖਰਲ ਖੜੀ ਸੀ ਲਾ, ਨੀਲੀ ਦਿਨ ਦੀ ਚੁੰਗੀਆਂ ਰੱਖੇ ਮਸਾਂ ਵਸਾ, ਭੌਂਦੇ ਰਹਿਸੀ ਆਸ ਪਾਸ ਮੌਤ ਪਵਾਈ ਗਾਹ, ਹਾਫਿਜ਼ ਨੀਲੀ ਦਿਵਸ ਕੁਝ ਨਾ ਕੁਝ ਇਸ ਗੁਨਾਹ। हाँ दो लफ्ज़ है, दोष ਇਹਦਾ दोष ਕਿੱਥੇ? इल्जाम देना, ਦੋਸਤ ਤੋਂ हाफिज निंदी दोष कुछ ਅੱਛਾ ਦੋਸ ਹੈ, ना कुछ। ਦਿਵਸ ਸਾਡੇ ਲਿਖਿਆ, ਦਿਵਸ ਲਿਖਿਆ ਹੈ। ਦੋਸਤ ਤੋਂ ਨਿਕਲਿਆ, ਜਿਵੇਂ ਦੋਸ਼ ਦੇਣਾ ਹੁੰਦਾ। ਠੀਕ, ਦਿਵਸ ਸਾਡੇ ਲਿਖਿਆ। इल्जाम ਜੀ देना। ਸਰ, ਉਹਦਾ ਥੋੜਾ ਕੋਈ ਦੋਸ਼ ਨਹੀਂ, ਉਹਦਾ ਕੋਈ ਉਹਦੀ ਗਲਤੀ ਨਹੀਂ। ਜੀ हाँ जी, ਥੋੜੇ ਜੀ ਪੜ੍ਹਤਾ ਮੈਂ ਤਾਂ। ਅਮਰਜੀਤ ਜੀ, ਮੈਂ ਪੜ੍ਹ ਦੇਣਾ ਜੀ। ਹਾਂਜੀ ਮੈਂ ਪੜ੍ਹ ਦੇਣਾ ਨਹੀਂ। ਖਾਰੇ ਚੜ੍ਹਦੀ ਸਾਹਿਬਾਂ ਖਰਲ ਖੜੀ ਸੀ ਲਾ, ਨੀਲੀ ਦਿੰਦੀ ਚੁੰਗੀਆਂ ਰੱਖੇ ਮਸਾਂ ਵਸਾ, ਭੌਂਦੇ ਰਹਿਸੀ ਆਸ ਪਾਸ ਮੌਤ ਪਵਾਈ ਗਾਹ, ਹਾਫਿਜ਼ ਨੀਲੀ ਦੋਸ ਕੁਝ ਨਾ ਕੁਝ ਇਸ ਗੁਨਾਹ। ਇਹ ਪੜ੍ਹਦੇ ਰਹਿੰਦੇ। ਖਾਰੇ ਚੜ੍ਹਦੀ ਸਾਹਿਬਾਂ ਤਰਲ ਖੜੇ ਸੀ ਲਾ, ਨੀਲੇ ਦਿਨ ਦੀ ਚੁੰਗੀਆਂ ਰੱਖੇ ਮਸਾਂ ਵਸਾ, ਆਉਂਦੀ ਰਹਿਸੀ ਆਸ ਪਾਸ ਮੌਤ ਪਵਾਏ ਗਾਹ, ਹਾਫਿਜ਼ ਨੀਲੀ ਦੋਸ ਕੁਝ, ਹਾਫਿਜ਼ ਨੀਲੀ ਦੋਸ ਕੁਝ ਨਾ ਕੁਝ ਉਸ ਗੁਨਾਹ। ਖਾਰੇ ਤੇ ਬੀਬਾ ਜੀ ਤੁਹਾਨੂੰ ਪਤਾ ਹੀ ਹੋਏਗਾ, ਖਾਰੇ ਜੀਓ ਦਾ ਜੀਓ ਜੀਓ ਪਤਾ ਨਹੀਂ। ਖਾਰਾ ਖਾਰੇ ਟੋਕਰਾ ਦਾ ਜੀ ਮੁੰਡੇ ਜਾਂ ਕੁੜੀ ਨੂੰ ਲਾਉਂਦੇ ਵਿਆਹ ਤੋਂ ਖਾਰੇ। ਨਵਾਉਂਦੇ ਨੇ ਉਹਨਾਂ ਨੂੰ। ਹਾਂਜੀ ਹਾਂਜੀ। ਉਹ ਜਿਹੜਾ ਪਿੱਛੇ ਜ਼ਿਕਰ ਆਇਆ ਵਟਣਾ, ਥਾਲੀ ਵਟਣਾ ਰਹਿ ਗਿਆ, ਵਟਣਾ ਮਲ ਕੇ ਨਵਾਉਂਦੇ ਨੇ ਉਹਨੂੰ ਖਾਰੇ ਦੇ ਵਿੱਚ, ਜਿਹੜਾ ਲਾੜਾ ਹੁੰਦਾ ਹੈ ਜਾਂ ਲਾੜੀ ਹੁੰਦੀ ਹੈ ਜੀ। ਤੇ ਜਿਹੜੀ ਖਾਰੇ ਚੜ੍ਹਦੀ ਸਾਹਿਬਾਂ ਨੇ ਪਤਾ ਨਹੀਂ ਖਾਰੇ ਚੜ੍ਹਨਾ ਸੀ। ਖਰਲ ਜਿਹੜਾ ਉਹਦਾ ਆਪਣਾ ਕਬੀਲਾ ਹੈ, ਉਹਦਾ ਵਿਆਹ ਹੋਣਾ ਸੀ, ਉਹਨੇ ਖਾਰੇ ਚੜ੍ਹਨਾ ਸੀ। ਉਹਦੇ ਪਿਓ ਨੇ ਜਾਂ ਜਿਹੜੇ ਵੀ ਉਹਦੇ ਵਟਕੇ ਸੀ, ਉਹਨੇ ਉਹਨੂੰ ਉੱਥੋਂ ਲਾਣਾ ਸੀ। ਇਹ ਇੱਕ ਐਕਸ਼ਨ ਹੋਣਾ ਸੀ, ਉਹ ਮੇਰਾ ਹਾਲ ਪਤਾ ਨਹੀਂ ਹੋਇਆ ਜਾਂ ਨਹੀਂ ਹੋਇਆ ਜਾਂ ਹੋ ਗਿਆ। ਹੁਣ ਘੋੜੇ ਦੇ ਪਿੱਛੇ, ਨੀਲੀ ਦੇ ਪਿੱਛੇ ਬੈਠੀ ਹੋਈ ਹੈ। ਉਹ ਚੁੰਗੀਆਂ ਚੌਕੜੀਆਂ ਜਿਹੜੀਆਂ ਨੇ, ਉਹ ਚੌਕੜੀਆਂ ਕਰ ਕਰਕੇ ਘੋੜੀ ਜਿਹੜੀ ਹੈ ਛਲਾਂਗਾ ਮਾਰ ਮਾਰ ਕੇ ਭੱਜੀ ਜਾ ਰਹੀ ਹੈ। ਰੱਖੇ ਮਸਾਂ ਵਸਾ, ਉਹ ਚੌਕੜੀਆਂ ਪਾ ਰਹੀ ਹੈ ਤੇ ਬੜੀ ਮੁਸ਼ਕਲ ਨਾਲ ਜਿਹੜਾ ਹੈ ਖਾਰਾ ਸਾਹਿਬਾਂ ਜਿਹੜੀ ਹੈ ਉਹਨੂੰ ਵਸਾ ਆ ਰਿਹਾ ਕਿ ਕਿਤੇ ਮੈਨੂੰ ਥੱਲੇ ਹੀ ਨਾ ਸੁੱਟ ਦੇਵੇ। ਬੜੀ ਮੁਸ਼ਕਲ ਨਾਲ ਉਹਨੇ ਉਹਦੇ ਤੇ ਵਸਾ ਕੀਤਾ ਹੈ, ਭਰੋਸਾ ਕੀਤਾ ਹੈ ਨੀਲੀ ਤੇ। ਪੌਂਦੀ ਰਹਿਸੀ ਆਸ ਪਾਸ
ਮੌਤ ਪਵਾਈ ਗਾ। ਗਾ ਦਾ ਲਫ਼ਜ਼ ਹਰ ਜਗ੍ਹਾ ਹੈ, ਇੱਕੋ ਹੀ ਆਇਆ ਹੈ ਕਿ ਕਣਕ ਤੇ ਤੋੜੀ ਨੂੰ ਵੱਖ ਕਰਨ ਦਾ ਜਿਹੜਾ ਅਮਲ ਹੈ ਉਹਨੂੰ ਗਾ ਕਹਿੰਦੇ ਨੇ, ਗਾ ਪਾਣਾ ਵੀ ਕਹਿੰਦੇ ਨੇ ਉਹਨੂੰ। ਕਣਕ ਤੋਂ ਤੋੜੀ ਨੂੰ ਵੱਖ ਕਰਨ ਦਾ ਗਾ ਪਵਾਇਆ ਜਾਂਦਾ ਹੈ। ਇੱਥੇ ਮੌਤ ਨੇ ਘਾਹ ਪਾਇਆ ਹੋਇਆ ਹੈ। ਯਾਨੀ ਕਿ ਤਿਆਰੀ ਕੀਤੀ ਹੈ, ਯਾਨੀ ਕਿ ਤਿਆਰੀ ਕੀਤੀ ਹੋਈ ਉਹਦੇ ਆਸ-ਪਾਸ। ਹਾਂ, ਮੌਤ ਲੈ ਜੇ ਕਣਕ ਤੇ ਤੂੜੀ ਨੂੰ ਵੱਖ ਕਰਨ ਦਾ ਅਮਲ ਹੈ ਤੇ ਇੱਥੇ ਜਿਹੜੀ ਮੌਤ ਹੈ ਉਹ ਉਹਨੂੰ ਸਾਹਿਬਾਂ ਨੂੰ ਵੱਖ ਕਰ ਰਹੀ ਹੈ, ਉਹਦੇ ਤੋਂ ਕਿਸੇ ਇੱਕ ਚੀਜ਼ ਤੋਂ ਵੱਖ ਕਰਕੇ ਦੂਜੀ ਵੱਲ ਲੈ ਕੇ ਜਾ ਰਹੀ ਹੈ। ਇਸ ਤਰ੍ਹਾਂ ਦਾ ਕੋਈ ਹੈ ਕਿ ਵੱਖ ਕਰਨ ਦਾ ਅਮਲ ਜਿਹੜਾ ਹੈ ਉਹ ਜਾਰੀ ਹੈ। ਕਿਉਂਕਿ ਸਾਰਾ ਜਿਹੜਾ ਸਮਾਜ ਸੀ ਉਹ ਐਗਰੀਕਲਚਰਲ ਸੀ, ਵਾਈ ਬੀਜੀ ਨਾਲ ਜੁੜਿਆ ਸੀ, ਤੇ ਉਹ ਸਾਰੀਆਂ ਰਮਜ਼ਾਂ ਤੇ ਉਹ ਸਾਰੀ ਜਿਹੜੀ ਲਫ਼ਜ਼ਾਲੀ ਹੈ ਉਹ ਉੱਥੋਂ ਹੀ ਆਏਗੀ, ਉੱਥੋਂ ਹੀ। ਮੇਰਾ ਖਿਆਲ ਬੜੀ ਸੋਹਣੀ ਲਾਈਨ ਹੈ, ਮੌਤ ਪਵਾਈ ਗਾ। ਗਾ ਪਾਣਾ ਜਿਹੜਾ ਸਾਰੇ ਸਮਝਦੇ ਨੇ, ਸਾਰੇ ਲੋਕ ਗਾ ਪਾਉਂਦੇ ਨੇ, ਕਣਕ ਨੂੰ ਤੂੜੀ ਤੋਂ ਵੱਖ ਕਰਕੇ ਉਹਨੂੰ ਅਲੱਗਾ ਕਰ ਲੈਂਦੇ ਨੇ। ਤੇ ਮੌਤ ਮੇਰਾ ਖਿਆਲ ਹੈ ਉਹਨੂੰ, ਉਹ ਜਿਹੜਾ ਤੂੜੀ ਹੈ ਸ਼ਾਇਦ ਉਹਦੀ ਜ਼ਿੰਦਗੀ ਹੈ ਕੀ ਅੱਲਾ ਜਾਣੇ, ਉਹਦੇ ਤੋਂ ਉਹਨੂੰ ਵੱਖ ਕਰ ਲਏਗੀ। ਸਾਹਿਬਾਂ ਨੂੰ ਵੱਖ ਕਰ ਰਹੀ ਹੈ ਮੌਤ, ਜਿਹੜੀ ਹੈ ਉਂਝ ਵੱਖ ਕਰ ਰਹੀ ਹੈ ਜਿਵੇਂ ਗਾ ਦੇ ਵਿੱਚੋਂ ਅਸੀਂ ਤੂੜੀ ਤੇ ਜਿਹੜੀ ਹੈ ਕਣਕ ਅਲੱਗ ਕਰਨੇ। ਹਾਫਜ਼ ਨੀਲੀ ਦੋਸਤ ਕੁਝ, ਹਾਫਜ਼ ਕਹਿ ਰਿਹਾ ਕਿ ਨੀਲੀ ਨੂੰ ਅਸੀਂ ਕੀ ਕੁਝ ਇਲਜ਼ਾਮ ਦਈਏ ਕਿ ਨਾ ਦਈਏ, ਨਾ ਕੁਝ ਉਸ ਗੁਨਾਹ, ਲੇਕਿਨ ਉਹਦਾ ਕੋਈ ਗੁਨਾਹ ਕੋਈ ਨਹੀਂ ਹੈ, ਨਾ ਉਹਦਾ ਕੋਈ ਦੋਸ਼ ਹੈ। ਨੀਲੀ ਦਾ ਇਹਦੇ ਵਿੱਚ ਕੋਈ ਦੋਸ਼ ਨਹੀਂ। ਸਰ ਨੀਲੀ ਕੀ ਹੈ ਇੱਥੇ? ਘੋੜੀ ਜਿਹਦੇ ਉੱਤੇ ਨੀਲੀ ਬੈਠੇ ਉਹ ਘੋੜੀ ਹੈ। ਨੀਲੀ ਦਾ ਸਵਾਰ ਹੈ ਰੈਸੀ ਵਿੱਚ ਹਵਾ।